प्रोग्राम प्राइम न्यूज़ लैके हफ्ते बाद एक बार फिर यानी कि हफ्ते दे विच एक बार प्रोग्राम तुहाडी सेवा दे विच असीं लैके आउणे आ। अज 18 अगस्त है ते शाम दे 7 वज चुके ने यूके दे समय मुताबक ते यूरोप दे विच तुसीं 8 वजे दे तकरीबन ये साडा प्रोग्राम देख रहे हो। लेटर ऑन ये होरना देशां दे विच भी प्रोग्राम देखा जाना है। सो इस प्रोग्राम की खासियत यह है कि ये असीं हफ्ते भर दे विच होईयां वड्डियां खबरां दे उत्ते चर्चा करते हुंदे आ। आप जी दे नाल वो सारे विचार जिहड़े रखीदे थोड़ा बहुता एनालाइज करीदा, तुहाडे विचार लईदे हुंदे आ कि आखिर जिहड़े मुद्दे साडे आले दुआले ने उन्हां तों तुसीं उन्हां तों जिहड़े है तुहानूं पता है कि आले दुआले की हो रहा, साडे जिन्ने दर्शक ने वो अवेयर भी ने या नहीं। अज ये प्रोग्राम की तैयारी करदियां होयां मुद्दे तो होर तैयार किए गए सी, पर एक शुरुआत दे विच एक जिहड़ी तैयारी करदियां समय जो खबर जिहड़ी मेरे सामने आई है, मैं चाहुंदा कि आप जी दे नाल साझी करिए। ये खबर साझी करन दा सीधा साधा मकसद ये है कि पंजाब दे विच राजनीति वाले जिहड़े लोक ने जिहड़े राजनीति दे विच विचरदे ने, मतलब कि गल्लां बहुत वड्डियां वड्डियां कीतियां जांदियां इन्हां वालों, वो चाहे अकाली होण, चाहे कांग्रेसी होण या फिर आम आदमी पार्टी दे लीडर होण। सो गल अज शुरुआत दे विच ही ऐसी एक खबर साडे सामने आई जिन्हें दिल च जोड़ के रख दिता। मैं चाहुंदा कि मेरी टीम जिहड़ियां तस्वीरां भी नालों नालों दिखा देवे। एक खबर जो कि मैं पढ़ के ही आप जी दे नाल दसांगा कि एक पुੱਤ सियासी लीडर ते एक सरकारी महकमे दे विच नौकर अते पोती SDM, पोता PCS अफसर, मां गलियां च रुल के कीड़े पै गए। मां जिहड़ी है वो रुल रही है गलियां दे विच। ਇਹ ਆਪਾਂ देखिए कि ਇਹ ਜਿਹੜਾ ਲੀਡਰ है अपने आप ਨੂੰ ਬਣਿਆ ਹੋਇਆ, ਇਹਦਾ ਨਾਮ है जी ਰਜਿੰਦਰ ਰਾਜਾ, ਜਿਹਨੂੰ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਵਿੱਚ ਪਿਛਲੇ ਦਿਨੀ ਜੁਆਇਨ ਕਰਵਾਇਆ ਗਿਆ। ਤੇ ਅੱਜ ਉਹਨਾਂ ਨੇ ਇਹ ਜਦੋਂ ਉਹਨਾਂ ਨੂੰ ਵੀ ਪਤਾ ਲੱਗਿਆ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਕਿ ਇਹ ਹਾਲਾਤ ਨੇ ਉਸ ਲੀਡਰ ਦੇ ਜਿਹੜੇ ਮੈਂ ਪਾਰਟੀ ਦੇ ਵਿੱਚ ਲਏ ਨੇ, ਉਸ ਤੋਂ ਬਾਅਦ ਉਹਨੂੰ ਬਰਖਾਸਤ ਕਰ ਦਿੱਤਾ ਗਿਆ, ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ। ਆਪਾਂ ਹੁਣ ਇਹ ਦੇਖੀਏ ਕਿ ਪੰਜਾਬ ਦੇ ਉਹ ਲੀਡਰ ਜਿਹੜੇ ਆਪਣੀ ਮਾਂ ਨਹੀਂ ਸਾਂਭ ਸਕਦੇ ਤੇ ਉਹ ਦੇਸ਼ ਸਾਂਭਣ ਦੀਆਂ ਗੱਲਾਂ ਕਰਦੇ ਨੇ। ਇਹੋ ਜਿਹੇ ਅਨੇਕਾਂ ਹੋਣਗੇ ਜਿਹੜੇ ਆਪਣੇ ਮਾਂ ਪਿਓ ਨੂੰ ਘਰ ਦੇ ਵਿੱਚ ਨਹੀਂ ਰੱਖ ਸਕਦੇ। ਇਹਨਾਂ ਦੇ ਪਰਿਵਾਰ ਦੇ ਵਿੱਚ ਸਾਰੇ ਉੱਚ ਅਹੁਦਿਆਂ ਦੇ ਉੱਤੇ ਨੇ ਇਸ ਲੀਡਰ ਦੇ। ਇਹਦੀ ਜਿਹੜੀ ਪੋਤੀ ਹੈ ਜੀ, ਜਿਹੜੀ ਬਜ਼ੁਰਗ ਬੀਬੀ ਤੁਸੀਂ ਦੇਖ ਰਹੇ ਹੋ, ਇੱਕ ਜੋ ਵੀ ਆਪਾਂ ਕਹਿ ਲਈਏ ਕੰਸਟਰਕਸ਼ਨ ਵਰਕ ਚੱਲ ਰਿਹਾ, ਉੱਥੇ ਉਹ ਜਿਹੜਾ ਆਪਣਾ ਸਮਾਂ ਲੰਘਾ ਰਹੀ ਸੀ, ਜਿਹਦੇ ਸਿਰ ਦੇ ਵਿੱਚ ਦੱਸਿਆ ਜਾਂਦਾ ਕਿ ਕੀੜੇ ਤੱਕ ਪੈ ਚੁੱਕੇ ਨੇ। ਕੁਝ NGOs ਵਾਲੇ ਉਹਨੂੰ ਹੁਣ ਚੁੱਕ ਕੇ ਤੇ ਹਸਪੀਟਲ ਉਹਨਾਂ ਨੇ ਪਹੁੰਚਾਇਆ। ਜਦੋਂ ਕਿਸੇ ਨੇ ਦੱਸਿਆ ਕਿ ਇਸ ਤਰ੍ਹਾਂ ਜਿਹੜੀ ਇੱਕ ਬਜ਼ੁਰਗ ਔਰਤ ਹੈ ਉਹ ਬਾਹਰ ਰੋੜ ਰਹੀ ਹੈ। पोती बारे दसिया जाता है जी कि SDM है, पोता जिहड़ा PCS अफसर है, जज लग्या होया। तो जे हुण नौजवान की यदी गल करिए, जो लीडर जिहड़ा तुसीं देख रहे हो राइट साइड के उत्ते जिस दी फोटो है, इन्हां दी माता जी है। इन्हां नूं हुण आपां इस प्रोग्राम दे विच जिहड़ा बहुत ही मान सत्कार जिहड़ा आपां देना है। इन्हां ने जिहड़ी हरकत कीती है देश साਂਭਣ ਦੀਆਂ ਗੱਲਾਂ, मैं बार बार बेनती कर देवां कि ये लीडर वो ने ਜਿਹੜੇ ਕਹਿੰਦੇ ਨੇ ਕਿ ਅਸੀਂ ਸਰਪੰਚ ਬਣ ਜਾਈਏ, ਉਸ ਤੋਂ ਬਾਅਦ MLA ਬਣ ਜਾਈਏ, ਫਿਰ ਮੁੱਖ ਮੰਤਰੀ ਬਣ ਜਾਈਏ ਤੇ ਫਿਰ ਅਸੀਂ ਦੇਸ਼ ਸਾਂਭਾਂਗੇ, ਸਟੇਟ ਸਾਂਭਾਂਗੇ, ਅਸੀਂ ਤਾਂ ਘਰ ਘਰ ਦੇ ਵਿੱਚ ਨੌਕਰੀ ਦੇ ਦਿਆਂਗੇ, ਬਜ਼ੁਰਗਾਂ ਨੂੰ ਜਿਹੜਾ ਹੈ ਉਹ ਪੈਨਸ਼ਨਾਂ ਲਾ ਦਿਆਂਗੇ, ਬਹੁਤ ਕੁਝ ਜਿਹੜਾ ਉਹ ਕਹਿੰਦੇ ਨੇ। ਪਰ ਆਪਣੀ ਮਾਂ ਜਦ ਗਲੀਆਂ ਦੇ ਵਿੱਚ ਰੁਲਦੀ ਹੋਵੇ ਤਾਂ ਫਿਰ ਕਿਵੇਂ ਇਹ ਪੋਸੀਬਲ ਹੈ ਕਿ ਲੋਕ ਜਿੱਥੇ ਆਪਣੇ ਦੇਸ਼ ਦੇ ਨਾਲ, ਆਪਣੀ ਸਟੇਟ ਦੇ ਨਾਲ ਵਫਾਦਾਰ ਹੋਣਗੇ, ਜਿਹੜਾ ਆਪਣੀ ਮਾਂ ਦਾ ਨਹੀਂ ਬਣ ਸਕਿਆ ਉਹ ਸਟੇਟ ਦਾ ਕਿਵੇਂ ਬਣ ਜਾਏਗਾ? ਅੱਜ ਵੱਡਾ ਸਵਾਲ ਸਾਡੇ ਉੱਤੇ ਪੈਦਾ ਹੁੰਦਾ ਹੈ। ਸੋ ਪੰਜਾਬੀਆਂ ਦੇ ਉੱਤੇ ਵੀ ਅੱਜ ਇੱਕ ਵੱਡਾ ਕੁਐਸਚਨ ਮਾਰਕ ਜਿਹੜਾ ਲੱਗ ਜਾਂਦਾ ਕਿ ਅਸੀਂ ਚੁਣਦੇ ਹਾਂ ਇਹੋ ਜਿਹੇ ਲੋਕਾਂ ਨੂੰ। ਜਿਹੜੇ ਲੀਡਰਸ ਹੁੰਦੇ ਨੇ, ਜਿਹੜੇ ਰਾਜਨੀਤੀ ਦੇ ਵਿੱਚ ਆਉਣ ਵਾਲੇ, ਬਹੁਤ ਸਾਰੇ ਐਸੇ ਚਿਹਰੇ ਨੇ, ਵੱਡੀ ਤਾਦਾਦ ਦੇ ਵਿੱਚ ਤੁਹਾਨੂੰ ਇਹੋ ਜਿਹੇ ਲੋਕ ਮਿਲਣਗੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਵੀ ਥੋੜ ਨਹੀਂ ਦਿੱਤੀ ਪਰਮਾਤਮਾ ਨੇ। ਇਹ ਉਹ ਮਾਂ ਹੋਏਗੀ ਜਿਸ ਨੇ ਇਹਨੂੰ ਪੜ੍ਹਾਇਆ ਲਿਖਾਇਆ, ਮਾਲਸ਼ਾਂ ਕਰ ਕਰਕੇ ਇਹ ਪੁੱਤ ਜਿਹੜਾ ਉਹ ਇੱਥੇ ਤੱਕ ਪਹੁੰਚਾਇਆ ਹੋਣਾ ਕਿ ਇਹ ਵੱਡੇ ਅਹੁਦੇ ਦੇ ਉੱਤੇ ਜਾਵੇ, ਲੀਡਰੀ ਦੇ ਵਿੱਚ ਆਪਣਾ ਨਾਮ ਚਮਕਾਵੇ ਜਾਂ ਫਿਰ ਵੱਡਾ ਅਫਸਰ ਬਣੇ। ਮਾਂ ਸਾਰੀ ਉਮਰ ਦੁਆਵਾਂ ਮੰਗਦੀ ਰਹਿੰਦੀ ਹੈ, ਪਰ ਅਖੀਰ ਉਸ ਦੇ ਨਾਲ ਕੀ ਕੀਤਾ ਗਿਆ? ਗਲੀਆਂ ਦੇ ਵਿੱਚ ਰੁੜਨ ਲਈ ਛੱਡ ਦਿੱਤਾ ਗਿਆ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਤਸਵੀਰ ਦੇਖ ਰਹੇ ਹੋ, ਪਿਛਲੇ ਦਿਨੀ ਜੁਆਇਨ ਕਰਵਾਇਆ ਗਿਆ ਸੀ ਜਦੋਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਨਵੀਂ ਪਾਰਟੀ ਬਣਾਈ ਹੈ। ਰਜਿੰਦਰ ਰਾਜਾ ਜੀ ਇਹਨਾਂ ਨੂੰ ਕਿਹਾ ਜਾਂਦਾ, ਇਹਨਾਂ ਦਾ ਨਾਮ ਹੈ। ਜਿਹੜੇ ਇਹ ਲੀਡਰ ਨੇ, ਜਿਹੜੇ ਮਹਾਨ ਲੀਡਰ ਪੰਜਾਬ ਦੇ ਉੱਭਰ ਕੇ ਸਾਹਮਣੇ ਆਏ ਨੇ, ਜਿਸ ਤੋਂ ਬਾਅਦ ਇਹਨਾਂ ਨੂੰ ਪਾਰਟੀ ਚੋਂ ਬਰਖਾਸਤ ਕਰ ਦਿੱਤਾ ਗਿਆ। मतलब कहण दा कि अपनी जिहड़ी माता है, अपना पिता है, पर पिता दे बारे भी अजे तक कोई जानकारी नहीं है, वो कित्थे ने, उन्हां दे नाल की वरताया गया। जिहड़े लोग अपने मापिਆਂ ਦੇ सके नहीं होए, अपने बच्चों ਦੇ सके नहीं होए, वो किवें फिर स्टेट दी कोई जिहड़ी देखभाल कर सकते हैं, उन्हां नूं अगे लैके जा सकते हैं, लोगों के नाल जिहड़ा रल मिल के वो चल सकते हैं। ये वड्डा सवाल है। अज प्रोग्रामां दी मुद्दਿਆਂ ਦੀ शुरुआत ਦੇ ਵਿੱਚ ਇਹ ਜਦੋਂ ਗੱਲ ਮੇਰੇ ਸਾਹਮਣੇ ਆਈ ਤੇ ਮੈਂ ਸੋਚਿਆ ਕਿ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇ। ਸੋ ਹੁਣ ਅਗਲੀ ਗੱਲ ਆਪਾਂ ਲੈ ਕੇ ਚੱਲਾਂਗੇ, ਸ਼ਰਧਾਂਜਲੀ ਦੇਵਾਂਗੇ ਮਨਜੀਤ ਸਿੰਘ ਨੂੰ। ਮਨਜੀਤ ਸਿੰਘ ਇੱਕ ਉਹ ਨੌਜਵਾਨ ਜਿਹੜਾ ਇੱਕ ਅੰਬਰਾਂ ਦਾ ਤਾਰਾ ਹੋ ਗੁਜ਼ਰਿਆ। ਮਨਜੀਤ ਸਿੰਘ ਫ੍ਰੈਜ਼ਨੋ ਦੇ ਵਿੱਚ, ਜਾਣੀ ਕਿ ਅਮਰੀਕਾ ਦੀ ਧਰਤੀ ਦੇ ਉੱਤੇ
ਤਕਰੀਬਨ 2 ਸਾਲ ਪਹਿਲਾਂ ਪੰਜਾਬ ਦੀ ਧਰਤੀ ਤੋਂ ਜਾਂਦਾ ਹੈ ਜੀ ਆਪਣੇ ਚੰਗੇ ਭਵਿੱਖ ਵਾਸਤੇ, ਕਿਉਂਕਿ ਹੁਣ ਜਦੋਂ ਪੰਜਾਬ 'ਚ ਦੇਖਦੇ ਹਾਂ ਬੇਰੁਜ਼ਗਾਰੀ ਜਾਂ ਫਿਰ ਨਸ਼ਾ ਜਿਹੜਾ ਉਹ ਮਾਰ ਕਰ ਰਿਹਾ, ਤੇ ਉਸ ਤੋਂ ਬਾਅਦ ਸੋਚਿਆ ਮਨਜੀਤ ਸਿੰਘ ਨੇ ਕਿ ਮੈਂ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਬਣਾਵਾਂਗਾ, ਅਮਰੀਕਾ ਦੀ ਧਰਤੀ ਦੇ ਉੱਤੇ ਜਾਵਾਂਗਾ। ਅਮਰੀਕਾ ਜਾਣ ਵਾਸਤੇ ਕਿੰਨੇ ਪਾਪੜ ਵੇਲਣੇ ਪੈਂਦੇ ਨੇ ਆਪ ਜੀ ਸਾਰੇ ਜਾਣਦੇ ਹੋ। ਮੈਕਸੀਕੋ ਦੇ ਜੰਗਲਾਂ ਦੇ ਵਿੱਚੋਂ ਦੀ ਲੰਘ ਕੇ ਕੋਈ ਤਾਂ ਇਹੋ ਜਿਹਾ ਹੈ ਜਿਹੜਾ ਸਿੱਧਾ ਡਾਇਰੈਕਟ ਚਲਿਆ ਜਾਂਦਾ, ਉਹ ਕੋਈ ਵਰਕ ਪਰਮਿਟ ਦੇ ਉੱਤੇ ਗਿਆ ਜਾਂ ਕਿਸੇ ਤਰ੍ਹਾਂ ਵੀ ਉਹ ਪਹੁੰਚ ਜਾਂਦਾ, ਪਰ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਹੜੇ 2 ਨੰਬਰ ਦੇ ਵਿੱਚ ਉੱਥੇ ਜਾਂਦੇ ਨੇ ਆਪਣਾ ਭਵਿੱਖ ਬਣਾਉਣ ਦੇ ਲਈ। ਉਸ ਤੋਂ ਬਾਅਦ ਉੱਥੇ ਜਿਸ ਤਰ੍ਹਾਂ ਵੀ ਜੋ ਸਿਸਟਮ ਹੁੰਦਾ ਹੈ ਲੀਗਲੀ ਉਹਦੇ ਹਿਸਾਬ ਦੇ ਨਾਲ ਚੱਲਦੇ ਹੋਏ ਆਪਣੇ ਆਪ ਦੀ ਜ਼ਿੰਦਗੀ ਜਿਹੜੀ ਆ ਉਹ ਬਸਰ ਕਰਦੇ ਆ। ਸੋ ਤਕਰੀਬਨ 2 ਸਾਲ ਪਹਿਲਾਂ ਸ਼ੀਨਾ ਪਿੰਡ ਦਾ ਇਹ ਨੌਜਵਾਨ, ਗੁਰਦਾਸਪੁਰ ਦੇ ਵਿੱਚ ਸ਼ੀਨਾ ਪਿੰਡ ਪੈਂਦਾ, ਜਿਹੜਾ ਨੌਜਵਾਨ ਹੈ ਇਹ ਅਮਰੀਕਾ ਦੀ ਧਰਤੀ ਦੇ ਉੱਤੇ ਚਲਾ ਗਿਆ, ਜਾ ਕੇ ਆਪਣਾ ਭਵਿੱਖ ਬਣਾਉਣਾ ਸ਼ੁਰੂ ਕਰਦਾ ਹੈ। ਫ੍ਰਿਜ਼ਨੋ ਦੇ ਵਿੱਚ ਜਾਂਦਾ ਹੈ ਜਿੱਥੇ ਅੱਜ ਕੱਲ੍ਹ ਟਰੱਕ ਚਲਾਉਣ ਦੀ ਸਿਖਲਾਈ ਲੈ ਰਿਹਾ ਸੀ ਮਨਜੀਤ ਸਿੰਘ। ਹੋਇਆ ਕੀ ਹੈ, ਛੁੱਟੀ ਵਾਲੇ ਦਿਨ ਆਪਣੇ ਦੋਸਤਾਂ ਦੇ ਨਾਲ ਇੰਜੋਏ ਕਰਦਾ ਕਿੰਗਸ ਰਿਵਰ ਦੇ ਉੱਤੇ ਚਲਾ ਜਾਂਦਾ, ਜਿਹੜੀ ਰਿਡਲੀ ਸ਼ਹਿਰ ਦੇ ਵਿੱਚ ਪੈਂਦੀ ਹੈ। ਉੱਥੇ ਆਪਣਾ ਦੋਸਤਾਂ ਦੇ ਨਾਲ ਇੰਜੋਏ ਕਰਦਿਆਂ ਨੂੰ ਜਦੋਂ ਆਵਾਜ਼ਾਂ ਸੁਣੀਆਂ ਬੱਚਿਆਂ ਦੇ ਕੁਝ ਚੀਕਦਿਆਂ ਦੀਆਂ ਕਿ ਬੱਚੇ ਚੀਖ ਰਹੇ ਨੇ, ਦੇਖਿਆ ਜਦੋਂ ਮਨਜੀਤ ਸਿੰਘ ਨੇ ਤਾਂ ਬੱਚੇ ਜਿਹੜੇ ਆ ਉਹ ਨਹਿਰ ਦੇ ਵਿੱਚ ਜਿਹੜੇ ਆ ਡੁੱਬ ਰਹੇ ਸੀ, ਕਿੰਗਸ ਰਿਵਰ ਜਿਹੜੀ ਹੈ। ਮਨਜੀਤ ਸਿੰਘ ਨੇ ਬਿਨਾਂ ਸੋਚਿਆ ਸਮਝਿਆ ਪਹਿਲਾਂ ਤੇ ਆਪਣੇ ਸਿਰ ਦੇ ਉੱਤੇ ਬੰਨੀ ਹੋਈ ਦਸਤਾਰ ਖੋਲੀ, ਦਸਤਾਰ ਜਿਹੜੀ ਉਹ ਬੱਚਿਆਂ ਵੱਲ ਜਿਹੜੀ ਹੈ ਕੀਤੀ ਕਿ ਇਹਦੇ ਨਾਲ ਸ਼ਾਇਦ ਉਹ ਫੜ ਕੇ ਬਾਹਰ ਆ ਜਾਣ, ਪਰ ਦਸਤਾਰ ਦੀ ਲੰਬਾਈ ਇੰਨੀ ਨਾ ਹੋਣ ਕਾਰਨ ਉਹ ਜਿਹੜਾ ਹੈ ਉਹ ਕੰਮ ਵਾਰਾ ਨਹੀਂ ਖਾਦਾ। ਉਸ ਤੋਂ ਬਾਅਦ ਮਨਜੀਤ ਸਿੰਘ ਨੇ ਛਾਲ ਮਾਰ ਦਿੱਤੀ ਪਾਣੀ ਦੇ ਵਿੱਚ। ਇੱਕ ਤੋਂ ਬਾਅਦ ਬੱਚਿਆਂ ਨੂੰ ਜਿਹੜਾ ਉਹਨੇ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਜਦੋਂ ਗੱਲ ਪਹੁੰਚਦੀ ਹੈ ਤੀਸਰੇ ਬੱਚੇ ਤੇ, ਤੀਸਰੇ ਬੱਚੇ ਨੂੰ ਉਹ ਨਹਿਰ ਦੇ ਵਿੱਚੋਂ ਕੱਢਣ ਲਈ ਛਾਲ ਮਾਰਦਾ ਤੇ ਉਸ ਤੋਂ ਬਾਅਦ ਉਹ ਉੱਪਰ ਨਹੀਂ ਆਉਂਦਾ, ਮਤਲਬ ਕਿ ਉੱਥੇ ਉਹਦਾ ਜਿਹੜਾ ਹੈ ਸਾਹ ਖਤਮ ਹੋ ਜਾਂਦਾ ਹੈ, ਕਿਉਂਕਿ ਪਾਣੀ ਦੇ ਵਿੱਚ ਜਿਹੜਾ ਗੋਤਾਖੋਰਾਂ ਦਾ ਕੰਮ ਹੁੰਦਾ, ਲੰਬੇ ਸਮੇਂ ਤੱਕ ਆਮ ਆਦਮੀ ਜਿਹੜਾ ਹੈ ਉਹ ਇਹ ਸਾਰਾ ਕੁਝ ਨਹੀਂ ਕਰ ਸਕਦਾ। ਮਨਜੀਤ ਸਿੰਘ ਉੱਥੇ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ, ਜਦਕਿ ਤੀਸਰਾ ਬੱਚਾ ਵੀ ਬਚਾਇਆ ਗਿਆ ਜੋ ਕਿ ਹਸਪੀਟਲ ਦੇ ਵਿੱਚ ਹੈ, ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ, ਪਰ ਡਾਕਟਰਾਂ ਨੇ ਹੁਣ ਦੱਸਿਆ ਕਿ ਉਹਦੀ ਜਾਨ ਬਚ ਜਾਊਗੀ। ਪਰ ਮਨਜੀਤ ਸਿੰਘ ਨੂੰ ਥੋੜੇ ਸਮੇਂ ਬਾਅਦ ਜਦੋਂ ਉੱਥੇ ਗੋਤਾਖੋਰ ਪਹੁੰਚਦੇ ਨੇ, ਪ੍ਰਸ਼ਾਸਨ ਪਹੁੰਚਦਾ, ਉਹਨਾਂ ਵੱਲੋਂ ਉਹ ਮਨਜੀਤ ਸਿੰਘ ਦੀ ਲਾਸ਼ ਜਿਹੜੀ ਆ ਉਹ ਬਾਹਰ ਕੱਢੀ ਜਾਂਦੀ ਹੈ ਤੇ ਮਾਤਮ ਛਾ ਜਾਂਦਾ। ਪੂਰੇ ਅਮਰੀਕਾ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਮਾਤਮ ਛਾ ਗਿਆ ਕਿ ਉਹ ਨੌਜਵਾਨ ਜਿਹੜਾ ਆਪਣਾ ਭਵਿੱਖ ਬਣਾਉਣ ਵਾਸਤੇ ਗਿਆ ਸੀ, ਵੱਡੇ ਸੁਪਨੇ ਸੀ। ਦੋਸਤਾਂ ਨੇ ਦੱਸਿਆ ਕਿ ਉਹ ਕਹਿੰਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਆਦਮੀ, ਅਮੀਰ ਆਦਮੀ ਬਣ ਕੇ ਮੈਂ ਦਿਖਾਵਾਂਗਾ, ਪੰਜਾਬ ਦਾ ਨਾਮ ਰੋਸ਼ਨ ਕਰਾਂਗਾ। ਪੰਜਾਬ ਦੇ ਵਿੱਚ ਜਦੋਂ ਉਹਦੇ ਦੋਸਤਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਮੇਂ-ਸਮੇਂ ਦੇ ਉੱਤੇ ਮਨਜੀਤ ਸਿੰਘ ਜਿਹੜਾ ਚੈਰਿਟੀ ਕਰਦਾ ਰਹਿੰਦਾ ਸੀ, ਦਸਵੰਧ ਜਿਹੜਾ ਆਪਣੀ ਕਮਾਈ ਦੇ ਵਿੱਚੋਂ ਕੱਢ ਕੇ ਉਹ ਪੰਜਾਬ ਭੇਜਦਾ ਸੀ, ਤੇ ਨਾਲੇ ਇਹ ਵੀ ਕਹਿੰਦਾ ਹੁੰਦਾ ਸੀ ਕਿ ਮੇਰਾ ਨਾਮ ਅੱਗੇ ਨਹੀਂ ਆਉਣਾ ਚਾਹੀਦਾ। ਅੱਜ ਕੱਲ੍ਹ ਨਾਮ ਦੀ ਬੜੀ ਹੋੜ ਲੱਗੀ ਹੋਈ ਹੈ ਕਿ ਜਿਹੜਾ ਕੁਝ ਦਾਨ ਪਾਤਰ ਕਰ ਦਿੱਤਾ ਉਹ ਨਾਮ ਸਾਡਾ ਜ਼ਰੂਰ ਆਉਣਾ ਚਾਹੀਦਾ। ਪੱਖਿਆਂ ਦੇ ਪਰਾਂ ਦੇ ਉੱਤੇ ਆਪਾਂ ਨਾਮ ਲਿਖਾ ਦਿੰਦੇ ਹਾਂ, ਪਰ ਮਨਜੀਤ ਨੇ ਇਹ ਗੱਲ ਕਹੀ ਕਿ ਮੈਂ ਜ਼ਰੂਰ ਆਪਣਾ ਦਸਵੰਧ ਭੇਜਾਂਗਾ, ਪਰ ਸ਼ਰਤ ਇਹ ਹੈ ਕਿ ਮੇਰਾ ਨਾਮ ਜਿਹੜਾ ਅੱਗੇ ਨਹੀਂ ਆਉਣਾ ਚਾਹੀਦਾ। ਪਿੰਡ ਦੇ ਵਿੱਚ ਬਹੁਤ ਸਾਰੇ ਚੈਰਿਟੀ ਵਰਕ ਜਿਹੜੇ ਆ ਉਹ ਮਨਜੀਤ ਕਰਦਾ ਹੁੰਦਾ ਸੀ। ਸੁਪਨੇ ਸੀ, ਵੱਡੇ ਵੱਡੇ ਸੁਪਨੇ ਲੈ ਕੇ ਅਮਰੀਕਾ ਦੀ ਧਰਤੀ ਤੇ ਗਿਆ, ਪਰ ਅੱਜ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ। ਮਨਜੀਤ ਦੇ ਜਾਣ ਦਾ ਜਿੱਥੇ ਸਾਨੂੰ ਦੁੱਖ ਹੈ, ਉੱਥੇ ਨਾਲੋਂ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਇੱਕ ਵਾਰ ਸਿੱਖ ਕੌਮ ਦਾ ਨਾਮ ਫਿਰ ਤੋਂ ਰੋਸ਼ਨ ਕਰ ਗਿਆ। ਮਾਪਿਆਂ ਦਾ ਪੁੱਤਰ ਹੈ, ਜਦੋਂ ਜਾਂਦਾ ਹੈ ਤਾਂ ਦੁੱਖ ਤਾਂ ਹੁੰਦਾ ਹੀ ਹੈ। ਪਿੰਡ ਦੇ ਵਿੱਚ ਮਾਤਮ ਛਾਇਆ ਹੋਇਆ। ਅਮਰੀਕਾ ਦੇ ਵਿੱਚ ਉਹ ਲੋਕ ਜਿਹੜੇ ਨੌਨ ਸਿੱਖ ਨੇ, ਨੌਨ ਭਾਰਤੀ ਨੇ, ਨੌਨ ਪੰਜਾਬੀ ਨੇ, ਉਹਨਾਂ ਵੱਲੋਂ ਵੀ ਦੁੱਖ ਜ਼ਾਹਰ ਕੀਤਾ ਗਿਆ ਤੇ ਮਨਜੀਤ ਨੂੰ ਅਮਰੀਕਾ ਦਾ ਹੀਰੋ ਕਹਿ ਕੇ ਉਹਨਾਂ ਵੱਲੋਂ ਨਵਾਜਿਆ ਗਿਆ ਕਿ ਇੱਕ ਹੀਰੋ ਨੇ 3 ਬੱਚਿਆਂ ਦੀ ਜਾਨ ਜਿਹੜੀ ਹੈ ਉਹ ਬਚਾਈ ਹੈ। ਸੋ ਮਾਣ ਹੁੰਦਾ ਇਹੋ ਜਿਹੇ ਨੌਜਵਾਨ ਜਿਹੜੇ ਆ ਉਹ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਨੇ। ਜਾਨ ਨਹੀਂ ਸੀ ਜਾਣੀ ਚਾਹੀਦੀ, ਇਹ ਗੱਲ ਤਾਂ ਵਾਜਬ ਜੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਹੈ, ਪਰ ਜਦੋਂ ਕਿਸੇ ਦੀ ਜਾਣ ਦੀ ਵਾਰੀ ਆਉਂਦੀ ਹੈ ਤਾਂ ਇਹ ਇਤਿਹਾਸ ਰਿਹਾ ਸਿੱਖ ਕੌਮ ਦਾ ਕਿ ਲੰਬੇ ਸਮੇਂ ਤੋਂ ਆਪਾਂ ਗੁਰੂ ਘਰ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਕਿ ਦੂਸਰਿਆਂ ਵਾਸਤੇ ਸ਼ਹਾਦਤਾਂ ਦੇਣੀਆਂ, ਆਪਣੀਆਂ ਜਾਨਾਂ ਕੁਰਬਾਨ ਕਰ ਦੇਣੀਆਂ, ਸਿਰਫ ਤੇ ਸਿਰਫ ਇਹ ਸਿੱਖ ਕੌਮ ਦੇ ਹਿੱਸੇ ਆਇਆ। ਮਨਜੀਤ ਵੀ ਉਹਨਾਂ ਦੇ ਵਿੱਚੋਂ ਇੱਕ ਬਣ ਨਿਬੜਿਆ। ਅੱਜ ਚਾਹੇ ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਮਨਜੀਤ ਦੀ ਲਾਸ਼ ਜੋ ਹੈ ਉਸਦੇ ਪਿੰਡ ਪਹੁੰਚਾ ਦਿੱਤੀ ਗਈ। ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਜਿਨ੍ਹਾਂ ਵੱਲੋਂ ਅੰਤਮ ਸੰਸਕਾਰ ਜਿਹੜਾ ਮਨਜੀਤ ਦਾ ਕਰ ਦਿੱਤਾ ਗਿਆ। ਅਕਾਲ ਚੈਨਲ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਤੇ ਪਰਿਵਾਰ ਦੇ ਨਾਲ ਇਸ ਔਖੇ ਸਮੇਂ ਦੇ ਵਿੱਚ ਦੁੱਖ ਵੀ ਜ਼ਾਹਰ ਕਰਦੇ ਹਾਂ। ਇੱਕ ਵੀਡੀਓ ਕਲਿੱਪ ਹੈ ਸਾਡੇ ਕੋਲ ਮਨਜੀਤ ਦੇ ਵਾਸਤੇ, ਇੱਕ ਟ੍ਰਿਬਿਊਟ ਕਹਿ ਲਈਏ ਜਾਂ ਉਹਦੇ ਦੋਸਤ ਮਿੱਤਰ ਜਦੋਂ ਇਕੱਠੇ ਹੁੰਦੇ ਨੇ ਉਹਨੂੰ ਸ਼ਰਧਾਂਜਲੀ ਦੇਣ ਵਾਸਤੇ, ਉਸ ਵੇਲੇ ਦੀ ਇਹ ਵੀਡੀਓ ਕਲਿੱਪ ਹੈ, ਦੇਖਦੇ ਹਾਂ।
we struggle, we also make meaning that he was supposed to be there at that time in that place, you know, to do whatever he could to help those children. He gave up his life to save children. So this is a story of an immigrant, that the immigrant community, they love this nation. To hopefully prevent the next hero from being taken. ਅਗਲੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹ ਵੀ ਇੱਕ ਗੰਭੀਰ ਵਿਸ਼ਾ ਦੁਬਾਰਾ ਤੋਂ ਬਣਦਾ ਜਾ ਰਿਹਾ। ਅਸੀਂ ਜਾਣਦੇ ਹਾਂ 2015 ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ, ਉਸ ਤੋਂ ਬਾਅਦ ਅਗਨ ਭੇਟ ਕਰ ਦਿੱਤੇ ਗਏ, ਬੇਅਦਬੀਆਂ ਕਰ ਦਿੱਤੀਆਂ ਗਈਆਂ, ਅੰਗ ਪਾੜ ਕੇ ਬਾਜ਼ਾਰਾਂ ਦੇ ਵਿੱਚ ਖਿਲਾਰ ਦਿੱਤੇ ਗਏ। ਉਹ ਮਸਲਾ ਹਾਲੇ ਤੱਕ ਪ੍ਰਸ਼ਾਸਨ ਦੇ ਕੋਲੋਂ ਸੁਲਝਿਆ ਨਹੀਂ। 2 ਸਿੱਖ ਸ਼ਹੀਦ ਵੀ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਮੁਜਾਹਰੇ ਹੋਏ ਆ। ਸੋ 2020 ਦੁਬਾਰਾ ਚੜ ਚੁੱਕਿਆ ਜੀ, ਹਜੇ ਤੱਕ ਉਹ ਮਸਲੇ ਹੱਲ ਨਹੀਂ ਹੋਏ ਤੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣੇ, ਗਾਇਬ ਹੋਣੇ ਜਾਂ ਫਿਰ ਘਰਾਂ ਦੇ ਵਿੱਚੋਂ ਚੁੱਕਣੇ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਗਏ ਨੇ। ਇਹ ਮਸਲਾ ਬਹੁਤ ਗੰਭੀਰ ਹੈ। ਪਟਿਆਲੇ ਦੇ ਇੱਕ ਗੁਰਦੁਆਰਾ ਸਾਹਿਬ ਹੈ ਜੀ ਅਰਦਾਸਪੁਰਾ ਸਾਹਿਬ, ਜਿੱਥੋਂ 100 ਸਾਲ ਪੁਰਾਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉਹ ਚੋਰੀ ਹੋ ਗਿਆ। ਪ੍ਰਬੰਧਕਾਂ ਨੂੰ ਜਾਣਕਾਰੀ ਹੋਈ ਨਹੀਂ। ਜਿਹੜੀ ਪ੍ਰਬੰਧਕ ਕਮੇਟੀ ਹੁੰਦੀ ਹੈ ਗੁਰਦੁਆਰੇ ਦੀ ਸਾਂਭ ਸੰਭਾਲ ਕਰਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਕਦੋਂ ਇਹ ਸਰੂਪ ਜਿਹੜਾ ਉਹ ਚੋਰੀ ਹੋ ਗਿਆ। ਮਤਲਬ ਕਿ ਇਹਨੇ ਅਸੀਂ ਲਾਪਰਵਾਹ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਕਰਦੇ ਹਾਂ ਜਾਂ ਸਿੱਖ ਕੌਮ ਦੀ ਜਦੋਂ ਗੱਲ ਕਰੀਏ ਤਾਂ ਇੱਕ ਗੁਰੂ ਸਾਹਿਬ ਦੇ ਕਰਕੇ ਹੀ ਪੂਰੀ ਦੁਨੀਆ ਦੇ ਵਿੱਚ ਆਪਾਂ ਵਿਚਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉਹਨੂੰ ਇੰਨੀ ਆਪਾਂ ਕਹਿ ਲਈਏ ਆਦਰ ਸਤਿਕਾਰ ਸਿੱਖ ਕੌਮ ਵੱਲੋਂ ਦਿੱਤਾ ਜਾਂਦਾ। ਇਹਦੀ ਛਪਾਈ ਹੁੰਦੀ ਹੈ। ਛਪਾਈ ਅਧਿਕਾਰਤ ਜਿਹੜੀਆਂ ਆਪਾਂ ਕਹਿ ਲਈਏ ਕਿ ਜਿਵੇਂ SGPC ਹੈ, ਸਿਰਫ ਉਹਨਾਂ ਦੇ ਕੋਲ ਇਹਦੀ ਪਰਮਿਸ਼ਨ ਹੈ ਕਿ ਉਹ ਛਾਪ ਸਕਦੇ ਨੇ। ਉਹਨਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕੋਈ ਵੀ ਪ੍ਰਾਈਵੇਟ ਜਿਹੜੀ ਅਥਾਰਟੀ ਹੈ ਉਹ ਨਹੀਂ ਛਾਪ ਸਕਦੀ। ਮਤਲਬ ਕਿ ਗਿਣ ਚੁਣ ਕੇ ਸਰੂਪ ਜਿੰਨੇ ਚਾਹੀਦੇ ਹੁੰਦੇ ਨੇ ਉਹਨੇ ਛਪਾਏ ਜਾਂਦੇ ਨੇ। ਗੱਲ ਆਪਾਂ ਉਸ ਸਮੇਂ ਦੀ ਵੀ ਕਰਦੇ ਹਾਂ ਜਦੋਂ 1984 ਦੇ ਵਿੱਚ ਜੂਨ 84 ਅਟੈਕ ਹੁੰਦਾ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਉਹ ਸਾਰਾ ਸਮਾਨ ਜਿਹੜਾ ਸੀ ਪੁਰਾਤਨ ਹੱਥ ਲਿਖਤ ਦਸਤਾਵੇਜ਼, ਹੱਥ ਲਿਖਤ ਸਰੂਪ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥ ਲਿਖੇ ਹੋਏ ਹੁਕਮਨਾਮੇ, ਉਹ ਸਾਰਾ ਸਾਜੋ ਸਮਾਨ ਜਿਹੜਾ ਹੈ ਉਹ ਗਾਇਬ ਹੋ ਜਾਂਦਾ। ਉੱਥੇ ਇਹ ਕਹਿ ਦਿੱਤਾ ਜਾਂਦਾ ਕਿ ਜਿਹੜੇ ਬੰਬ ਧਮਾਕੇ ਅੰਦਰ ਹੋਏ ਆ ਜਾਂ ਜੋ ਵੀ ਵਿਸਫੋਟ ਹੋਏ ਉਹਦੇ ਨਾਲ ਇਹ ਸਾਰਾ ਸਮਾਨ ਜਿਹੜਾ ਉਹ ਸੜ ਗਿਆ, ਅਗਨ ਭੇਟ ਹੋ ਗਿਆ। ਪਰ ਉਸ ਤੋਂ ਬਾਅਦ ਬਹੁਤ ਸਾਰੀਆਂ ਕੰਸੂਆਂ ਜਿਹੜੀਆਂ ਲੱਗਦੀਆਂ ਰਹੀਆਂ ਕਿ ਕਿਵੇਂ ਉਹ ਸਮਾਨ ਜਿਹੜਾ ਸੀ ਉਹ ਗਾਇਬ ਕਰ ਦਿੱਤਾ ਗਿਆ ਪੁਰਾਤਨ, ਜਿਹੜਾ ਕਿ ਸਿੱਖ ਕੌਮ ਦਾ ਸਰਮਾਇਆ ਸੀ। ਹੁਣ ਆਪਾਂ ਗੱਲ ਫਿਰ ਉੱਥੇ ਲੈ ਕੇ ਆਉਂਦੇ ਆ ਕਿ 15 ਵਾਲਾ ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਹਜੇ ਸੁਲਝਿਆ ਨਹੀਂ। ਜੂਨ 84 ਦਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਮਾਮਲਾ ਸੀ ਉਹ ਹਜੇ ਤੱਕ ਸੁਲਝਿਆ ਨਹੀਂ। ਅੱਜ ਫਿਰ ਤੋਂ ਇੱਕ ਵਾਰ ਜਿਹੜਾ ਹੈ ਉਹ ਪੁਰਾਤਨ ਸਰੂਪ ਚੋਰੀ ਹੋਣ ਲੱਗ ਪਏ। ਉਸ ਵੇਲੇ ਤਕਰੀਬਨ 1 ਸਾਲ ਪਹਿਲਾਂ ਇਹੋ ਜਿਹੀਆਂ ਖਬਰਾਂ ਵੀ ਜਿਹੜੀਆਂ ਬਾਹਰ ਆਉਂਦੀਆਂ ਰਹੀਆਂ ਕਿ ਇੱਕ ਐਸਾ ਪੁਰਾਤਨ ਸਰੂਪ ਜਿਸ ਨੂੰ ਇੰਗਲੈਂਡ ਦੇ ਵਿੱਚ ਵੇਚਿਆ ਗਿਆ, ਉਹਦੀ ਕੀਮਤ ਵੀ ਨਿਰਧਾਰਿਤ ਕੀਤੀ ਗਈ ਸੀ। ਸੋ ਐਸਾ ਹੀ ਜੇ ਆਪਾਂ ਹੁਣ ਭਾਰਤ ਦੀ ਆਰਮੀ ਦੀਆਂ ਜਿਹੜੀਆਂ ਸਟੇਟਮੈਂਟਾਂ ਸੁਣੀਏ ਜਾਂ ਫਿਰ ਉੱਥੋਂ ਦੀਆਂ ਅਦਾਲਤਾਂ ਦੀ ਗੱਲ ਸੁਣੀਏ, ਉਹਨਾਂ ਨੇ ਕਿਹਾ ਕਿ ਸਾਡੇ ਕਰਿੰਦਿਆਂ ਵੱਲੋਂ ਇਹ ਸਾਜੋ ਸਮਾਨ ਜਿਹੜਾ ਵੱਖ-ਵੱਖ ਸਮਿਆਂ ਦੇ ਉੱਤੇ ਮੋੜਿਆ ਵੀ ਗਿਆ, ਪਰ ਉਹ ਫਿਰ ਸਾਰਾ ਸਮਾਨ ਗਿਆ ਕਿੱਥੇ? ਅੱਜ ਇਹ ਗੱਲਾਂ ਜਿਹੜੀਆਂ ਸਵਾਲਾਂ ਦੇ ਘੇਰੇ ਦੇ ਵਿੱਚ ਹਰ ਇੱਕ ਨੂੰ ਖੜਾ ਕਰ ਦਿੰਦੀਆਂ। ਮੌਕੇ ਦੇ ਉੱਤੇ ਜਿਹੜੇ ਜਥੇਦਾਰ ਰਹੇ ਹੋਣ ਜਾਂ ਫਿਰ ਪ੍ਰਧਾਨ ਰਹੇ ਹੋਣ, ਇਹ ਨਹੀਂ ਕਿ ਇਹਦੇ ਵਿੱਚ ਭਾਰਤ ਸਰਕਾਰ ਜਿਹੜੀ ਉਹ ਫਾਰਗ ਹੋ ਜਾਂਦੀ ਹੈ, ਉਹ ਬਰੀ ਹੋ ਜਾਂਦੀ ਹੈ ਇਹਦੇ ਵਿੱਚੋਂ, ਕਿਉਂਕਿ ਸਮਾਨ ਸਾਜੋ ਸਮਾਨ ਉਸ ਵੇਲੇ ਹੀ ਜਿਹੜਾ ਇਹ ਲਿਜਾਇਆ ਗਿਆ, ਕਿਉਂਕਿ ਸਭ ਤੋਂ ਪਹਿਲਾਂ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਨੇ। ਉਸ ਤੋਂ ਬਾਅਦ ਹੁਣ ਜੇ ਗੱਲ ਕਰੀਏ SGPC ਦੀ, ਸਮੇਂ-ਸਮੇਂ ਦੇ ਉੱਤੇ ਰਹੇ ਹੋਏ ਪ੍ਰਧਾਨ ਜਿਹੜੇ ਆ ਉਹਨਾਂ ਨੇ ਕੋਈ ਵੀ ਜਿਹੜਾ ਹੈ ਪੁਖਤਾ ਜਵਾਬ ਇਹਦਾ ਨਹੀਂ ਦਿੱਤਾ ਕਿ ਉਹ ਸਰੂਪ ਗਏ ਕਿੱਥੇ, ਉਹ ਹੱਥ ਲਿਖਤ ਜਿਹੜੇ ਹੁਕਮਨਾਮੇ ਸੀ ਆਖਰ ਗਏ ਕਿੱਥੇ। ਬਹੁਤ ਸਾਰਾ ਸਰਮਾਇਆ ਜਿਹੜਾ ਹਜੇ ਤੱਕ ਵੀ ਨਹੀਂ ਮਿਲ ਰਿਹਾ, ਆਖਰ ਮਿਲੇਗਾ ਜਾਂ ਨਹੀਂ ਇਹਦੇ ਬਾਰੇ ਵੀ ਕੋਈ ਨਹੀਂ ਪਤਾ। ਪਰ ਅਗਲੀ ਜਿਹੜੀ ਆਪਾਂ ਕਹਿ ਲਈਏ ਕਿ ਮਾਰ ਸਾਨੂੰ ਹੋਰ ਵੱਜ ਗਈ ਹੈ। 100 ਸਾਲ ਪੁਰਾਣਾ ਸਰੂਪ ਪਟਿਆਲਾ ਦੇ ਗੁਰਦੁਆਰਾ ਸਾਹਿਬ ਅਰਦਾਸਪੁਰਾ ਤੋਂ ਉਹ ਗਾਇਬ ਹੋ ਜਾਂਦਾ, ਚੋਰੀ ਹੋ ਜਾਂਦਾ ਤੇ ਪ੍ਰਬੰਧਕਾਂ ਨੂੰ ਉਹਦੇ ਬਾਰੇ ਜਿਹੜੀ ਹੈ ਕੋਈ ਖਬਰ ਤੱਕ ਨਹੀਂ ਹੈ। ਸੋ ਆਪਾਂ ਹੁਣ ਇਹ ਦੇਖਾਂਗੇ ਕਿ ਇਹ ਵੀ ਸਰੂਪ ਸਾਨੂੰ ਮਿਲੇਗਾ ਜਾਂ ਨਹੀਂ। ਇੱਕ ਹੋਰ ਜਿਹੜੀ ਵੱਡੀ ਖਬਰ ਮੈਂ ਚਿੰਤਾਜਨਕ ਆਪ ਜੀ ਦੇ ਨਾਲ ਸਾਂਝੀ ਕਰ ਦੇਵਾਂ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਕੋਲ, ਜਿਨ੍ਹਾਂ ਸਿੱਖਾਂ ਦੇ ਘਰਾਂ ਦੇ ਵਿੱਚ ਪੁਰਾਤਨ ਸਰੂਪ ਪਏ ਹੋਏ ਨੇ, ਕੁਝ ਕੁ ਲੋਕ ਆਉਂਦੇ ਨੇ ਚੱਲ ਕੇ ਜਿਹੜੇ ਆਪਣੇ ਆਪ ਨੂੰ ਮਤਲਬ ਸਿੱਖ ਕਹਿੰਦੇ ਨੇ ਜਾਂ ਸਿੱਖ ਜਥੇਬੰਦੀ, ਉਹ ਕਹਿੰਦੇ ਹੋਣਗੇ ਕਿ ਅਸੀਂ ਫਲਾਨੀ ਜਥੇਬੰਦੀ ਦੇ ਨਾਲ ਸੰਬੰਧਿਤ ਹਾਂ। ਉਹ ਸਰੂਪ ਉਹਨਾਂ ਦੇ ਕੋਲੋਂ ਕਲੈਕਟ ਕਰ ਲੈਂਦੇ ਨੇ, ਜੇ ਆਰਾਮ ਨਾਲ ਦੇ ਦੇਣ ਤਾਂ ਵੀ, ਨਹੀਂ ਤੇ ਧੱਕੇ ਦੇ ਨਾਲ। ਫਿਰ ਉਹ ਸਰੂਪ ਜਾਂਦੇ ਕਿੱਥੇ ਨੇ ਉਹਦੇ ਬਾਰੇ ਕੋਈ ਉਗਸੁਗ ਨਹੀਂ ਲੱਗ ਰਹੀ। ਹੁਣ ਇੱਥੇ ਚਿੰਤਾ ਜਿਹੜੀ ਜਤਾਈ ਜਾ ਰਹੀ ਹੈ ਉਹ ਇਹ ਹੈ ਕਿ ਉਹ ਸਰੂਪ ਪੁਰਾਤਨ ਜਿਹੜੇ ਹੈ ਨੇ ਪਿਓਰ ਹੱਥ ਲਿਖਤ
ਜਿਹਦੇ ਵਿੱਚ ਸਭ ਕੁਝ ਠੀਕ ਠਾਕ ਜਾਂ ਵਧੀਆ ਤਰੀਕੇ ਦੇ ਨਾਲ ਜਿਹੜਾ ਲਿਖਿਆ ਗਿਆ, ਜਿਹੜੇ ਅਸਲ ਸਰੂਪ ਨੇ, ਸੋ ਉਹਨਾਂ ਨੂੰ ਗਾਇਬ ਕੀਤਾ ਜਾ ਰਿਹਾ ਗਾਹੇ ਵਗਾਹੇ। ਤੇ ਉਸ ਤੋਂ ਬਾਅਦ ਇਹ ਸਰੂਪ ਸਾਰੇ ਜਿਹੜੇ ਪੁਰਾਤਨ ਹੈ, ਇਹ ਸਾਜ਼ਿਸ਼ ਦਾ ਹਿੱਸਾ ਹੈ। ਹੋ ਸਕਦਾ ਹੈ ਕਿ ਇਸ ਤਰ੍ਹਾਂ ਹੋਵੇ, ਉਹ ਸਾਰੇ ਪੁਰਾਤਨ ਸਰੂਪ ਜਿਹੜੇ ਆ ਇੱਕ ਵਾਰ ਗਾਇਬ ਕਰ ਲਏ ਜਾਣਗੇ। ਉਸ ਤੋਂ ਬਾਅਦ ਨਵੇਂ ਸਰੂਪ ਜਿਹੜੇ ਆ ਉਹ ਜਿਹੜੇ ਸਿੱਖ ਕੌਮ ਨੂੰ ਦੇ ਦਿੱਤੇ ਜਾਣਗੇ, ਜਿਹਦੇ ਵਿੱਚ ਮਿਲਾਵਟ ਹੋਏਗੀ। ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ। ਇਹਦੇ ਵਿੱਚ ਸੱਚਾਈ ਵੀ ਹੋ ਸਕਦੀ ਹੈ, ਨਹੀਂ ਵੀ ਹੋ ਸਕਦੀ, ਫਿਲਹਾਲ ਇਹਦੀ ਪੁਸ਼ਟੀ ਨਹੀਂ ਕਰਦੇ। ਸੋ ਬਲਜੀਤ ਸਿੰਘ ਦਾਦੂਵਾਲ ਜੋ ਜਥੇਦਾਰ ਨੇ ਤੇ ਹਰਿਆਣਾ ਕਮੇਟੀ ਗੁਰਦੁਆਰਾ ਜਿਹੜੀ ਹੈ ਉਹਦੇ ਪ੍ਰਧਾਨ ਵੀ ਉਹ ਬਣ ਚੁੱਕੇ ਨੇ। ਸੋ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ, ਰੋਸ ਮਾਰਚ ਕੱਢਿਆ ਗਿਆ। ਉਹਨਾਂ ਦੀ ਇੱਕ ਵੀਡੀਓ ਕਲਿੱਪ ਸਾਡੇ ਕੋਲ ਪਹੁੰਚੀ ਹੈ। ਮਸਲਾ ਜਾਣਨ ਲਈ ਸਾਨੂੰ ਉਹ ਦੇਖਣੀ ਵੀ ਬਹੁਤ ਜ਼ਰੂਰੀ ਹੈ। ਆਓ ਦੇਖਦੇ ਹਾਂ ਆਪਾਂ। ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਥੋਂ ਚੋਰੀ ਹੋਏ ਆ ਗੁਰਦੁਆਰਾ ਅਰਦਾਸਪੁਰਾ ਸਾਹਿਬ ਕਲਿਆਣ ਤੋਂ। 5 ਅਗਸਤ ਨੂੰ ਜਥੇਬੰਦੀਆਂ ਇਕੱਠੀਆਂ ਹੋਈਆਂ ਸੀਗੀਆਂ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਇੱਥੋਂ ਦੇ ਗ੍ਰੰਥੀ ਸਿੰਘ ਸੇਵਾਦਾਰ ਤੇ ਪ੍ਰਬੰਧਕ ਕਮੇਟੀ, ਜਿਨ੍ਹਾਂ ਨੂੰ ਇਹ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਦੋਂ ਹੋ ਗਏ, ਇੱਥੋਂ ਸੰਗਤਾਂ ਦੱਸ ਰਹੀਆਂ ਨੇ ਕਿ ਇੱਥੇ ਮਹਾਰਾਜ ਦੇ ਸਰੂਪ ਦੇ ਅਪ੍ਰੈਲ ਮਈ ਦੇ ਵਿੱਚ ਦਰਸ਼ਨ ਕੀਤੇ ਗਏ ਆ ਇੱਥੇ। ਪਰ ਉਸ ਤੋਂ ਬਾਅਦ ਜਦੋਂ ਸਰੂਪ ਦੇ ਦਰਸ਼ਨ ਨਹੀਂ ਹੋਏ, 2 ਮਹੀਨਿਆਂ ਦੀ ਗੱਲ ਹੈ ਸਾਰੀ। ਜਿਹੜੇ ਜ਼ਿੰਮੇਵਾਰ ਨੇ ਇੱਥੇ ਉਹ ਕਾਹਦੇ ਲਈ ਬਣਾਏ ਨੇ, ਕਮੇਟੀ ਤੇ ਗ੍ਰੰਥੀ ਸਿੰਘ ਸੇਵਾਦਾਰ। ਸੋ ਇਸ ਕਰਕੇ ਉਦੋਂ ਪ੍ਰਸ਼ਾਸਨ ਨੂੰ ਅਪੀਲ ਮੰਗ ਪੱਤਰ ਦੇ ਕੇ ਗਈਆਂ ਸੀ ਜਥੇਬੰਦੀਆਂ। ਜਿਸ ਦਿਨ ਮੈਂ ਵੀ ਆਇਆ ਸੀ ਉਹ 5 ਅਗਸਤ ਨੂੰ ਇੱਥੇ, ਕਿ ਉਹਨਾਂ ਕਮੇਟੀ ਤੇ ਪਰਚਾ ਦਰਜ ਕੀਤਾ ਜਾਵੇ। ਪਰ ਕਮੇਟੀ ਸਿਆਸੀ ਪਹੁੰਚ ਰੱਖਦੀ ਆ, ਗ੍ਰੰਥੀਆਂ ਤੇ ਤਾਂ ਪਰਚਾ ਕਰਤਾ ਪਰ ਕਮੇਟੀ ਤੇ ਕੋਈ ਪਰਚਾ ਨਹੀਂ। ਹੁਣ ਇਹ ਸੰਗਤਾਂ ਦੀ, ਮਹਾਂਪੁਰਸ਼ਾਂ ਜਥੇਬੰਦੀਆਂ ਦੀ ਮੰਗ ਆ ਕਿ ਕਮੇਟੀ ਦੇ ਉੱਪਰ ਪਰਚਾ ਦਰਜ 295 ਇਹਦਾ ਕੀਤਾ ਜਾਵੇ, ਅਗਲੀ ਪੁੱਛਗਿੱਛ ਕੀਤੀ ਜਾਵੇ। ਸਾਨੂੰ ਗੁੰਗਲੂਆਂ ਤੋਂ ਮਿੱਟੀ ਝਾੜੀ ਪ੍ਰਵਾਨ ਨਹੀਂ ਆ। ਜੇਕਰ ਪ੍ਰਕਾਸ਼ ਸਿੰਘ ਬਾਦਲ ਦੇ ਰਾਹ ਚੱਲ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਾਡੇ ਗੋਲੀਆਂ ਡਾਂਗਾ ਮਾਰਨਾ ਚਾਹੁੰਦੀ ਆ, ਸ਼ਹੀਦ ਕਰਨਾ ਚਾਹੁੰਦੀ ਸਾਨੂੰ, ਤੇ ਅਸੀਂ ਬੈਠੇ ਆ। ਪਹਿਲੇ ਮਸਲੇ ਤਾਂ ਸੁਲਝਦੇ ਨਹੀਂ, ਉੱਤੋਂ ਨਵੇਂ ਮਸਲੇ ਜਿਹੜੇ ਆ ਉਹ ਸਿੱਖ ਕੌਮ ਦੇ ਦਰ ਪੇਸ਼ ਆ ਜਾਂਦੇ ਨੇ। ਮਤਲਬ ਕਿ ਸਿੱਖ ਕੌਮ ਇਹਨਾਂ ਮਸਲਿਆਂ ਦੇ ਵਿੱਚ ਹੀ ਉਲਝੀ ਰਹੇਗੀ। ਜੋ ਇਸ ਵੇਲੇ ਦੇਖ ਰਿਹਾ, ਜੋ ਆਪਣੇ ਆਲੇ ਦੁਆਲੇ ਮਾਹੌਲ ਬਣਿਆ ਹੋਇਆ ਕਿ ਆਪਸ ਦੇ ਵਿੱਚ ਹੀ ਤੁਹਾਡੇ ਸਰੂਪ, ਕਦੇ ਸਿੱਖ ਰੈਫਰੈਂਸ ਲਾਇਬ੍ਰੇਰੀ, ਕਦੀ ਬਰਗਾੜੀ ਮੋਰਚਾ ਹੋ ਗਿਆ, ਜਾਂ ਫਿਰ ਕਦੀ ਆਪਸੀ ਰੰਜਿਸ਼ਬਾਜੀ ਹੋ ਗਈ। ਇਹ ਸਾਰਾ ਕੁਝ ਲੈ ਕੇ ਆਪਾਂ ਚੱਲਦੇ ਜਾਵਾਂਗੇ। ਪਤਾ ਨਹੀਂ ਕਦੋਂ ਇਨਸਾਫ ਵੀ ਮਿਲਣਗੇ। ਜੇ ਹੁਣ ਸਰੂਪਾਂ ਦੀ ਗੱਲ ਕਰੀਏ ਤਾਂ 5 ਅਗਸਤ ਨੂੰ ਮੈਮੋਰੰਡਮ ਦਿੱਤਾ ਗਿਆ ਸੀਗਾ। ਅੱਜ 18 ਅਗਸਤ ਹੋ ਚੁੱਕੀ ਹੈ। ਇਹਦੇ ਵਿੱਚ ਕੋਈ ਵੀ ਕਾਰਵਾਈ ਜਿਹੜੀ ਆ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ। ਜਦ ਕਿ ਪੰਜਾਬ ਦੇ ਵਿੱਚ ਆਪਾਂ ਆਮ ਹੀ ਦੇਖਿਆ ਹੋਣਾ ਵੀ ਜਿਹੜੇ ਸੋਸ਼ਲ ਮੀਡੀਆ ਤੇ ਜਿਹੜੇ ਨੌਜਵਾਨ ਐਕਟਿਵ ਨੇ ਉਹਨਾਂ ਨੂੰ ਚੁੱਕ ਲਿਆ ਜਾਂਦਾ, ਉਹਨਾਂ ਬਾਰੇ ਪੂਰੀ ਸੂਹ ਹੁੰਦੀ ਹੈ ਵੀ ਕੌਣ ਕੀ ਕਰਦਾ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜਿਹੜੇ ਆ, ਪੂਰੀ ਸਿੱਖ ਕੌਮ ਜਿਨ੍ਹਾਂ ਨੂੰ ਗੁਰੂ ਮੰਨਦੀ ਹੈ, ਹਾਜ਼ਰ ਨਾਜ਼ਰ ਉਹ ਸਰੂਪ ਚੋਰੀ ਹੁੰਦੇ ਨੇ ਤਾਂ ਉਹਦੇ ਉੱਤੇ ਕੋਈ ਐਕਸ਼ਨ ਨਹੀਂ। ਜਿਵੇਂ ਬਰਗਾੜੀ ਦੇ ਸਮੇਂ ਇੱਕ ਸਰੂਪ ਚੋਰੀ ਕਰ ਲਿਆ ਗਿਆ ਸਰਸੇ ਸਾਹਿਬ ਦੇ ਚੇਲਿਆਂ ਵੱਲੋਂ। ਇਹ ਕਹਿ ਦਿੱਤਾ ਗਿਆ ਕਿ ਤੁਹਾਡਾ ਜਿਹੜਾ ਗੁਰੂ ਸਾਡੇ ਕੋਲ ਹੈ, ਜੇਕਰ ਹਿੰਮਤ ਹੈ ਤਾਂ ਲੱਭ ਲਓ। ਸੋ ਉਸ ਵੇਲੇ ਵੀ ਉਹ ਸਰੂਪ ਜਿਹੜਾ ਹੈ ਉਹ ਪ੍ਰਾਪਤ ਨਹੀਂ ਕਰ ਸਕੇ, ਨਾ ਸਿੱਖ ਕੌਮ ਕਰ ਸਕੀ ਹੈ ਤੇ ਨਾ ਹੀ ਉਸ ਵੇਲੇ ਪ੍ਰਸ਼ਾਸਨ ਜਿਹੜਾ ਉਹ ਕਰ ਸਕਿਆ। ਮਤਲਬ ਕਿ ਉਸ ਤੋਂ ਬਾਅਦ ਅੰਗ ਖਿਲਾਰ ਦਿੱਤੇ ਗਏ, ਪੱਤਰੇ ਪਾੜ ਦਿੱਤੇ ਗਏ। ਹੁਣ ਜਿਹੜਾ 100 ਸਾਲ ਪੁਰਾਣਾ ਸਰੂਪ, ਇਹ ਸਿੱਖ ਕੌਮ ਦੀ ਪ੍ਰਾਪਰਟੀ ਹੈ। ਇਹ ਆਪਾਂ ਕਹੀਏ ਪੁਰਾਤਨ ਸਰੂਪ, ਪੁਰਾਤਨ ਚੀਜ਼ਾਂ ਦਾ ਜਿਹੜਾ ਇਤਿਹਾਸ ਹੁੰਦਾ ਕਿਸੇ ਵੀ ਕੌਮ ਦਾ, ਉਹ ਕਿੰਨਾ ਲਾਜ਼ਮੀ ਹੁੰਦਾ ਹਰ ਇੱਕ ਦੇ ਕੋਲ ਹੋਣਾ। ਇਹ ਆਪਾਂ ਭਲੀ ਭਾਂਤ ਜਾਣ ਸਕਦੇ ਹਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਜਿੰਨੇ ਵੀ ਸਿੱਖ ਨੇ, ਕਿ ਕਿਵੇਂ ਇਹਨਾਂ ਲੋਕਾਂ ਨੇ ਆਪਣੀ ਹਿਸਟਰੀ ਜਿਹੜੀ ਹੈ ਉਹ ਸਾਂਭ ਕੇ ਰੱਖੀ ਹੋਈ ਹੈ, ਕਿਵੇਂ ਅਜਾਇਬ ਘਰ ਬਣੇ ਹੋਏ ਨੇ। ਇਹ ਸਾਰਾ ਕੁਝ ਮਿਊਜ਼ੀਅਮਸ ਦੇ ਵਿੱਚ ਰੱਖਿਆ ਹੋਇਆ ਸੰਭਾਲ ਕੇ। ਮਤਲਬ ਕਿ ਅੱਜ ਤੋਂ ਭਾਵੇਂ 500 ਸਾਲ ਪੁਰਾਣੀ ਹਿਸਟਰੀ ਦੇਖ ਲਓ, ਉਸੇ ਤਰ੍ਹਾਂ ਕਿਲੇ, ਉਸੇ ਤਰ੍ਹਾਂ ਬਿਲਡਿੰਗਸ ਸਾਂਭ ਕੇ ਰੱਖੀਆਂ ਹੋਈਆਂ। ਸਾਡੇ ਗੁਰਦੁਆਰੇ ਤਾਂ ਕਾਰ ਸੇਵਾ ਦੇ ਨਾਂ ਤੇ ਕਈ ਵਾਰ ਢਾਹ ਵੀ ਦਿੱਤੇ ਜਾਂਦੇ ਨੇ ਕਿ ਆਪਾਂ ਕਾਰ ਸੇਵਾ ਕਰ ਰਹੇ ਹਾਂ। ਪਰ ਇਤਿਹਾਸਕ ਜਿਹੜੇ ਦਸਤਾਵੇਜ਼ ਨੇ ਜਾਂ ਫਿਰ ਬਿਲਡਿੰਗਸ ਨੇ, ਉਹਨਾਂ ਨੂੰ ਉਸੇ ਤਰ੍ਹਾਂ ਹੂਬਹੂ ਰੱਖਿਆ। ਜੇਕਰ ਇਹ ਰੱਖਣਾ ਸਿੱਖਣਾ ਹੋਵੇ ਤਾਂ ਇਹਨਾਂ ਲੋਕਾਂ ਦੇ ਕੋਲੋਂ, ਪੱਛਮੀ ਮੁਲਕਾਂ ਦੇ ਵਿੱਚ ਕਿਵੇਂ ਰੱਖਿਆ ਹੋਇਆ ਇਹਨਾਂ ਨੇ, ਇਹਨਾਂ ਦਾ ਇਤਿਹਾਸ ਜੋ ਵੀ ਹੈ। ਪਰ ਆਪਣੀ ਜਦੋਂ ਗੱਲ ਕਰਦੇ ਹਾਂ ਸਿੱਖ ਕੌਮ ਦੀ, ਸਾਡਾ ਤਾਂ ਬਹੁਤਾ ਇਤਿਹਾਸ ਪੁਰਾਣਾ ਵੀ ਨਹੀਂ, ਫਿਰ ਵੀ ਸਾਡੇ ਸਰੂਪ ਵੀ ਚੋਰੀ ਹੋ ਜਾਂਦੇ ਆ। ਸਾਡੀਆਂ ਕਾਰ ਸੇਵਾ ਦੇ ਨਾਂ ਤੇ ਬਿਲਡਿੰਗਸ ਵੀ ਢਾਹ ਦਿੱਤੀਆਂ ਜਾਂਦੀਆਂ, ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਵੀ ਢਾਹ ਦਿੱਤੇ ਜਾਂਦੇ ਆ। ਕੁਝ ਪਾਕਿਸਤਾਨ ਦੇ ਵਿੱਚ ਨੇ, ਉੱਥੇ ਸਾਂਭਣ ਵਾਲਾ ਕੋਈ ਨਹੀਂ, ਉੱਥੇ ਢਹਿ ਗਏ। ਕੁਝ ਇਧਰਲੇ ਪਾਸੇ ਕੁਝ ਕਾਰ ਸੇਵਾ ਵਾਲੇ ਜਿਹੜੇ ਐਸੇ ਲੋਕ, ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਸਾਰੇ ਵਧੀਆ ਵੀ ਹੋਣਗੇ, ਪਰ ਕੁਝ ਲੋਕ ਐਸੇ ਜਿਨ੍ਹਾਂ ਨੇ ਕਾਰ ਸੇਵਾ ਦੇ ਨਾਂ ਤੇ ਪੁਰਾਤਨ ਡਿਉੜੀਆਂ ਤੱਕ ਢਾਹ ਦਿੱਤੀਆਂ, ਜਿਹਨੂੰ ਅਕਾਲ ਚਲਾਣਾ ਨੇ ਇੱਕ ਵੱਡਾ ਮੁੱਦਾ ਬਣਾ ਕੇ ਉਸ ਵੇਲੇ ਉਭਾਰਿਆ ਸੀ। ਕਾਲਰ ਜੁੜ ਗਏ ਸਾਡੇ ਨਾਲ ਤੇ ਆਪਾਂ ਗੱਲ ਕਰਦੇ ਹਾਂ। ਕਾਲਾਂ ਖੋਲ ਦਿੱਤੀਆਂ ਗਈਆਂ ਜੀ, ਆਪਣੇ ਵਿਚਾਰ ਦੇ ਸਕਦੇ ਹੋ ਤੁਸੀਂ। ਹੈਲੋ ਜੀ। ਹਾਂਜੀ, ਦਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਆਵਾਜ਼ ਜਿਹੜੀ ਹੈ ਜ਼ਿਆਦਾ ਕਲੀਅਰ ਨਹੀਂ ਹੈ, ਕਿਰਪਾ ਕਰਕੇ ਠੀਕ ਕਰਕੇ ਜ਼ਰੂਰ ਗੱਲ ਕਰੋ ਜੀ। ਹੁਣ ਠੀਕ ਹੈ? ਹਾਂ ਜੀ ਜੀ, ਕੀ ਕਹਿਣਾ ਚਾਹੋਗੇ ਜੀ? ਕਹਿਣਾ ਇਹ ਹੈ ਕਿ ਜੋ ਸਾਡੇ ਨਾਲ ਹੋ ਰਿਹਾ, ਬੜਾ ਮੰਦਭਾਗਾ, ਬੜੇ ਦਿਲ ਦੁਖਦੇ ਆ। ਬਿਲਕੁਲ। ਜਿੱਧਰ ਵੇਖ ਲਓ ਉਧਰ ਹੀ
ਫੁੱਟ ਪਈ ਆ, ਆਪਸ ਵਿੱਚ ਲੜੀ ਜਾਂਦੇ ਆ, ਜੀ ਜੀ। ਕੋਈ ਮਸਲਾ ਹੱਲ ਨਹੀਂ ਹੁੰਦਾ। ਬਿਲਕੁਲ ਬਿਲकुल। ਜਿੰਨੀਆਂ ਕੁਰਬਾਨੀਆਂ ਕੀਤੀਆਂ, ਜਿੰਨੀਆਂ ਯੋਗਦਾਨ ਪਾਏ, ਉਹਦਾ ਸਾਨੂੰ ਜੋ ਬਜਾਨਾ ਮਿਲਿਆ ਉਹ ਮੈਂ ਤੁਹਾਡੇ ਨਾਲ 2 ਲਾਈਨਾਂ 'ਚ ਕਹਿ ਰਿਹਾ। हाँ जी। ਆਣੀ ਆਜ਼ਾਦੀ ਹੈ ਬੈਠ ਜਰਾ ਕੋਲ, ਆਣੀ ਆਜ਼ਾਦੀ ਹੈ ਬੈਠ ਜਰਾ ਕੋਲ, ਕਿਹੜੇ ਕਿਹੜੇ ਕੀਤੇ ਤੂੰ ਪੰਜਾਬੀਆਂ ਨਾਲ ਰੋਲ। ठीक है वाह जी वाह। 3 ਥਾਈਂ ਵੰਡਿਆ ਪੰਜਾਬ ਨੂੰ ਤੂੰ ਪਹਿਲੋਂ, ਉਹ ਪਾਣੀਆਂ ਨੂੰ ਵੰਡਣਾ ਚਾਹੁੰਦੀ ਹੈ। ਦੇਖ ਤੇਰੇ ਵੱਲ ਖੁਸ਼ ਹੁੰਦੇ ਦੇਸ਼ ਵਾਸੀ, ਪਰ ਪੰਜਾਬੀਆਂ ਦੇ ਸੀਨੇ ਅੱਗ ਲਾਉਣੀ ਹੈ। जी जी ठीक है। ਸੂਰਮੇ ਪੰਜਾਬ ਦੇ ਲਿਆਏ ਸੀ ਵਿਆਹ ਕੇ ਤੈਨੂੰ, ਅੱਜ ਬਣ ਬੈਠੀ ਤੂੰ ਕਿਸੇ ਹੋਰ ਦੀ। ਰਾਜਗੁਰੂ ਸੁਖਦੇਵ ਭਗਤ ਸਿੰਘ ਚੜ੍ਹੇ ਫਾਂਸੀ, जी ਅੱਜ ਉਹਨਾਂ ਵੱਲ ਤੂੰ ਨਹੀਂ ਦੇਖਦੀ। वाह जी वाह वाह जी वाह। ਚੁੱਕੀ ਫਿਰਦੀ ਹੈ ਹਰ ਥਾਂ ਚਰਖੇ ਨੂੰ, ਮੁੜ ਮੁੜ ਤੱਕਲੇ ਕਿਉਂ ਪਾਉਂਦੀ ਹੈ। जी ਵੇਖ ਤੇਰੇ ਵੱਲ ਖੁਸ਼ੀ ਹੁੰਦੇ ਦੇਸ਼ ਵਾਸੀ, ਪੰਜਾਬੀਆਂ ਦੇ ਸੀਨੇ ਅੱਗ ਲਾਉਣੀ ਹੈ। ठीक है जी। ਸਾਰਿਆਂ ਦਾ ਦਿਲ ਕਰਦਾ ਤੈਨੂੰ ਭੋਗਣੇ ਨੂੰ, ਪਰ ਤੂੰ ਵਿਹੜੇ ਨਹੀਂ ਪੰਜਾਬੀਆਂ ਦੇ ਵੜਦੀ। ਰੋਡ ਤੇ ਕਿਸਾਨ ਤੇ ਜਵਾਨ ਸਭ ਸਾਰੇ ਪੰਜਾਬ ਦੇ, जी ਉਹਨਾਂ ਦੀ ਨਹੀਂ ਕਰੇ ਤੂੰ ਫੜਦੀ। ਚੰਡੀਗੜ੍ਹ ਬਿਜਲੀ ਤੇ ਬੋਲਦੇ ਪੰਜਾਬੀ ਲਾ ਕੇ, जी ਖੋ ਕੇ ਤੂੰ ਅੱਖਾਂ ਵਿਖਾਉਣੀ ਹੈ। ਵੇਖ ਤੇਰੇ ਵੱਲ ਖੁਸ਼ ਹੁੰਦੇ ਇਸ ਵਾਸਤੇ ਪੰਜਾਬੀ। ठीक है जी ठीक है। ਭੁੱਲਿਆ ਨਹੀਂ ਸਾਨੂੰ ਅਜੇ ਸਨ 47, ਤੂੰ ਹੋਰ 84 ਦੇ ਚੰਨ ਕੀ ਚੜਾਇਆ। जी ਤਾਂ ਅੱਗੇ ਤੱਕ ਸਾਰੇ ਦੋਸ਼ੀਆਂ ਨੂੰ ਤੂੰ ਗੁਲਾਮੀ ਦਾ ਅਹਿਸਾਸ ਕਰਵਾਇਆ। ठीक है जी, बहुत धन्यवाद जी। ਭੁੱਲ ਗਏ ਵਾਅਦੇ ਜਿਹੜੇ ਕੀਤੇ ਨਾਲ ਸਾਡੇ, ਅੱਜ ਦੰਦੀਆਂ ਕਾਹਦੇ ਦਿਖਾਉਣੀ ਹੈ। जी ਤੇਰੇ ਪੂਰੇ ਦੇਸ਼ ਵਾਸੀ ਪੰਜਾਬੀਆਂ ਦੇ ਅੱਗ ਲਾਉਣੀ। ਬਹੁਤ ਧੰਨਵਾਦ ਗਿੱਲ ਸਾਹਿਬ। ਆਵਾਜ਼ ਜਿਹੜੀ ਹੈ ਉਹ ਕਲੀਅਰ ਨਹੀਂ ਹੈ। ਮੈਂ ਕੋਸ਼ਿਸ਼ ਕਰਾਂਗਾ ਅਗਲੀ ਵਾਰ ਜਿਹੜੀ ਹੈ ਤੁਹਾਡੀ ਕਾਲ ਦੁਬਾਰਾ ਲੈ ਕੇ ਇਹ ਕਵਿਤਾ ਜਿਹੜੀ ਹੈ ਦੁਬਾਰਾ ਜਿਹੜੀ ਆਜ਼ਾਦੀ ਦੇ ਉੱਤੇ ਤੁਸੀਂ ਸੁਣਾਈ ਹੈ ਇਹ ਦੁਬਾਰਾ ਸੁਣੀ ਜਾਵੇ, ਤਾਂ ਕਿ ਸਾਡੇ ਦਰਸ਼ਕਾਂ ਤੱਕ ਵੀ ਇਹ ਆਵਾਜ਼ ਜਿਹੜੀ ਹੈ ਕਲੀਅਰ ਚਲੇ ਜਾਵੇ। ਫੇਸਬੁੱਕ ਦੇ ਉੱਤੇ ਵੀ ਤੁਸੀਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ, ਇਹ ਪ੍ਰੋਗਰਾਮ ਲਾਈਵ ਦੇਖਿਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ। ਤੁਸੀਂ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਕਿ ਆਖਰ ਕੀ ਹੋ ਰਿਹਾ। ਸੈਂਟਰ ਗਵਰਨਮੈਂਟ ਦੇ ਹੁਕਮਾਂ ਥੱਲੇ ਸਭ ਕੁਝ ਚੱਲ ਰਿਹਾ, ਜਾਂ ਕਹਿ ਲਓ RSS। ਸਿੰਘ ਜੀਤ ਦਾ ਇਹ ਕਹਿਣਾ ਹੈ ਜੋ ਫੇਸਬੁੱਕ ਦੇ ਉੱਤੇ ਸਾਡੇ ਨਾਲ ਜੁੜੇ ਹੋਏ ਨੇ, ਇਹ ਆਪਣੇ ਆਪਣੇ ਵਿਚਾਰ ਰੱਖ ਰਹੇ ਨੇ ਸਾਡੇ ਦਰਸ਼ਕ ਕਿ ਇਹ ਜੋ ਸਾਰਾ ਕੁਝ ਚੱਲ ਰਿਹਾ, ਆਲੇ ਦੁਆਲੇ ਵਰਤਾਰਾ ਚੱਲ ਰਿਹਾ, ਆਖਰ ਕਿਉਂ ਹੋ ਰਿਹਾ। ਸੋ ਅਗਲੀ ਜੇ ਮੈਂ ਗੱਲ ਕਰਦਾ ਜੀ ਸਰੂਪਾਂ ਤੋਂ ਬਾਅਦ 267 ਸਰੂਪ ਉਹ ਨੇ ਜਿਨ੍ਹਾਂ ਦੇ ਬਾਰੇ ਪਿਛਲੇ ਦਿਨੀ ਇੱਕ ਰੌਲਾ ਜਿਹੜਾ ਮਚਿਆ ਹੋਇਆ SGPC ਦੇ ਵਿੱਚ। ਉਹ ਸਰੂਪ ਕਿਹਾ ਜਾ ਰਿਹਾ, ਜੋ ਜਥੇਦਾਰ ਸਾਹਿਬ ਕਹਿ ਰਹੇ ਆ ਕਿ ਰਿਕਾਰਡ ਦੇ ਵਿੱਚ ਇੱਧਰ ਉੱਧਰ ਹੋਇਆ, ਮਤਲਬ ਸਰੂਪ ਨਹੀਂ ਗਵਾਚੇ, ਉਸ ਸਰੂਪਾਂ ਦਾ ਕੁਝ ਵੀ ਨਹੀਂ ਹੋਇਆ। ਮਤਲਬ ਕਿ ਇਹ ਨਹੀਂ ਹੈ ਕਿ ਉਹ ਸਰੂਪ ਜਿਹੜੇ ਹੈ ਇੱਕ ਫਾਇਰ ਜਿਹੜੀ ਅੱਗ ਲੱਗੀ ਹੋਈ ਸੀ ਇੱਕ ਗੁਰਦੁਆਰੇ ਦੇ ਵਿੱਚ, ਜਿੱਥੇ ਪ੍ਰੈਸ ਹੈ SGPC ਦੀ, ਉਸ ਗੁਰਦੁਆਰੇ ਦੇ ਵਿੱਚ ਅੱਗ ਲੱਗ ਜਾਂਦੀ ਹੈ 16 ਦੇ ਵਿੱਚ 2016 ਦੇ ਵਿੱਚ, ਤੇ ਉਹ ਅੱਗ ਦੇ ਵਿੱਚ ਇਹ ਦੱਸਿਆ ਗਿਆ ਕਿ ਕੁਝ ਸਰੂਪ ਜਿਹੜੇ ਆ ਉਹ ਅਗਨ ਭੇਟ ਹੋ ਗਏ। ਮਤਲਬ ਕਿ ਇਹ 267 ਸਰੂਪ ਜਿਹੜੇ ਆ ਉਸ ਘਟਨਾ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਪਰ ਜਥੇਦਾਰ ਸਾਹਿਬ ਦਾ ਕਹਿਣਾ ਕਿ ਇਹ ਰਿਕਾਰਡ ਦੇ ਵਿੱਚ ਇੱਧਰ ਉੱਧਰ ਹੋਈ ਹੈ, ਉਹ ਸਰੂਪ ਜਿਹੜੇ ਅਗਨ ਭੇਟ ਨਹੀਂ ਸੀ ਹੋਏ। ਪਰ ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ, ਕੁਝ ਵਿਦਵਾਨ ਜੇ ਕਹਿ ਲਈਏ, ਸਾਬਕਾ ਜਥੇਦਾਰ ਰਣਜੀਤ ਸਿੰਘ ਹੋਰਾਂ ਦਾ ਆਪਾਂ ਇਹ ਕਹੀਏ ਕਿ ਉਹਨਾਂ ਵੱਲੋਂ ਇਹ ਬਿਆਨ ਆਇਆ ਕਿ ਉਸ ਵੇਲੇ ਸਰੂਪ ਜਿਹੜੇ ਹੈ ਉਸ ਅਗਨ ਭੇਟ ਜਿਹੜੇ ਆ ਉਹ ਅੱਗ ਦੇ ਵਿੱਚ ਅਗਨ ਭੇਟ ਹੋ ਗਏ 267 ਸਰੂਪ। ਤੇ ਅਕਾਲੀ ਦਲ ਦੇ ਹਜੇ ਤਾਜ਼ਾ ਮਸਲਾ ਜਿਹੜਾ ਹੈ 15 ਚ ਹੋ ਕੇ ਹਟਿਆ ਸੀ। ਸੋ 16 ਦੇ ਵਿੱਚ ਇਹ ਹੋ ਜਾਂਦਾ ਤੇ ਅਕਾਲੀ ਦਲ ਵੱਲੋਂ ਉਸ ਨੂੰ ਢੱਕ ਦਿੱਤਾ ਗਿਆ, ਕਵਰ ਅਪ ਕਰ ਦਿੱਤਾ ਗਿਆ, ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਜਿਹੜਾ ਕੁਝ ਦੋਸ਼ ਜਿਹੜੇ ਆ ਉਹ ਲੱਗ ਚੁੱਕੇ ਸੀ ਅਕਾਲੀ ਦਲ ਦੇ ਉੱਤੇ। ਇਹ ਕਹਿਣਾ ਸਾਬਕਾ ਜਥੇਦਾਰ ਰਣਜੀਤ ਸਿੰਘ ਦਾ ਵੀ ਇਹਨੂੰ ਹਾਈਡ ਕਰ ਦਿੱਤਾ ਗਿਆ ਇਸ ਘਟਨਾ ਨੂੰ। ਸੋ ਉਹ ਸਰੂਪਾਂ ਦੀ ਹੁਣ ਜਦੋਂ ਗਿਣਤੀ ਦੀ ਵਾਰੀ ਆਈ ਹੈ ਤੇ ਹੁਣ ਪਤਾ ਲੱਗ ਰਿਹਾ ਕਿ ਉਹ ਸਰੂਪ ਘੱਟ ਹੈਗੇ ਆ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਫਿਲਹਾਲ ਤਾਂ ਆਪਾਂ ਨਹੀਂ ਕਹਿ ਸਕਦੇ, ਪਰ ਕਿਉਂ ਹੋ ਰਿਹਾ ਇਹ ਸਾਰਾ ਕੁਝ, ਇਹ ਬੜਾ ਹੀ ਸੋਚਣ ਵਾਲਾ ਜੋ ਸਾਨੂੰ ਆਪਾਂ ਕਹਿ ਲਈਏ ਕਿ ਮਜਬੂਰ ਕਰਦਾ ਸੋਚਣ ਨੂੰ। ਅਗਲੇ ਕਾਲਰ ਜੁੜ ਗਏ ਤੇ ਆਪਾਂ ਵਿਚਾਰ ਲੈਨੇ ਆ। ਫਿਰ ਅਗਲਾ ਮੁੱਦਾ, ਜੋ ਮੁੱਦੇ ਸਾਡੇ ਕੋਲ 2-3 ਹੋਰ ਨੇ, ਆਪਾਂ ਉਹਨਾਂ ਦੇ ਉੱਤੇ ਵੀ ਗੱਲ ਕਰਾਂਗੇ। ਕਾਲਰ ਜਿਹੜੇ ਜੁੜ ਗਏ ਆਪਾਂ ਵਿਚਾਰ ਲਈਏ। ਹੈਲੋ ਜੀ। हाँ जी भाई दलजीत सिंह जी, वाहिगुरू जी का खालसा वाहिगुरू जी की फतेह जी। ਭੋਗਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਇਹਨਾਂ ਮੁੱਦਿਆਂ ਦੇ ਉੱਤੇ? हाँ जी ਮੁੱਦਿਆਂ ਦੇ ਭਾਈ ਦਲਜੀਤ ਸਿੰਘ ਜੀ ਆਪਾਂ ਬਹੁਤ ਥੋੜਾ ਸਮਾਂ ਲੈਣਾ ਅੱਜ। ਹਾਂ ਜੀ। ਵੀ ਮੈਂ ਇਹ ਕਹਿਣਾ ਚਾਹਣਾ ਵੀ ਓਪਰੇ ਤਾਂ ਜੋ ਕਰਦੇ ਉਹ ਤਾਂ ਕਰਦੇ ਹੀ ਹੁੰਦੇ, ਸਾਨੂੰ ਸਾਰਿਆਂ ਨੂੰ ਪਤਾ। ਜੀ ਜੀ। ਦੁੱਖ ਉਦੋਂ ਹੁੰਦਾ ਜਦੋਂ ਆਪਣੇ ਉਹ ਕੰਮ ਕਰਨ ਲੱਪਣ। ਜੀ। ਓਪਰੇ ਤਾਂ ਕਰਦੇ ਹੁੰਦੇ ਓਪਰਾਪਣ। ਬਿਲਕੁਲ ਬਿਲਕੁਲ। ਜਦੋਂ ਆਪਣੇ ਕਰ ਲਿਆ ਪੈਣ ਤਾਂ ਬੇੜਾ ਤੇ ਉਦੋਂ ਗਰਕ ਹੁੰਦਾ। ਠੀਕ ਹੈ ਜੀ। ਉਹ ਇਦਾਂ ਹੁੰਦਾ ਵੀ ਜਿਨ੍ਹਾਂ ਸਿੱਖਾਂ ਦੇ ਹੱਕਾਂ ਖਾਤਰ ਲੜਨਾ ਸੀ, ਜਿਨ੍ਹਾਂ
ਸਿੱਖਾਂ ਦੇ ਹੱਕਾਂ ਖਾਤਰ ਲੜਨਾ ਸੀ, ਉਹ ਸਿੱਖਾਂ ਨੂੰ ਪੁੱਠੇ ਪਾਠ ਪੜ੍ਹਾਈ ਜਾਂਦੇ ਨੇ। ਜੀ। ਭੁੱਖ ਹੜਤਾਲੀਆਂ ਨਾਲ ਖੜਨ ਦੀ ਗੱਲ ਛੱਡੋ, ਸਗੋਂ ਅੰਦਰ ਖਾਤੇ ਛੁਰੀ ਚਲਾਈ ਜਾਂਦੇ ਨੇ। ਵਾਹ ਜੀ ਵਾਹ, ਠੀਕ ਹੈ ਬਈ ਅਜੋਕੇ ਆਗੂ ਸਿਆਸਤ ਨੂੰ ਸੇਵਾ ਕਹਿ ਕੇ, ਤੁਸੀਂ ਆ ਗੱਲ ਕੀਤੀ ਸੀ ਵੀ ਕੀ ਕੁਛ ਨਹੀਂ ਢਾਈ ਜਾਂਦੇ। ਜੀ ਜੀ, ਬਿਲਕੁਲ ਬਿਲਕੁਲ। ਅਜੋਕੇ ਆਗੂ ਸਿਆਸਤ ਨੂੰ ਸੇਵਾ ਕਹਿ ਕੇ ਖੂਬ ਚਮਦੀਆਂ ਚਲਾਈ ਜਾਂਦੇ ਨੇ। ਓਏ ਹਰ ਪਾਸਿਓਂ ਕੌਮ ਦੇ ਭੰਨ ਪਾਸੇ ਫਕਰੇ ਕੌਮ ਅਖਵਾਈ ਜਾਂਦੇ ਨੇ। ਕੀ ਬਾਤ ਹੈ, ਕੀ ਬਾਤ ਹੈ, ਵਾਹ ਜੀ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ? ਬਿਲਕੁਲ ਬਿਲकुल ਬਿਲकुल। ਬਈ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ, ਸ਼ਰੇਆਮ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਿੱਖ ਧਰਮ ਦੀ ਖਿੱਲੀ ਉਡਾਈ ਜਾਂਦੇ ਨੇ। ਸੱਚਿਆਂ ਦੇ ਨਾਲ ਸਾਂਝ ਨਾ ਰੱਖਦੇ ਝੂਠੇ ਸਾਧਾਂ ਨੂੰ ਵਡਿਆਈ ਜਾਂਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਬਿਲਕੁਲ। ਬਈ ਨਿਤ ਭੱਦੇ ਭਾਸ਼ਣ ਦੇ ਕੇ, ਨਿਤ ਭੱਦੇ ਭਾਸ਼ਣ ਦੇ ਕੇ ਲੋਕਾਂ ਨੂੰ ਆਪਸ ਵਿੱਚ ਲੜਾਈ ਜਾਂਦੇ ਨੇ। ਇਸ ਨੂੰ ਮਹਾਭਾਰਤ ਦਾ ਨਾਰਾ ਦੇ ਕੇ ਵਿਕਾਸ ਦੀ ਬੀਨ ਵਜਾਈ ਜਾਂਦੇ ਨੇ। ਠੀਕ ਹੈ ਜੀ, ਧੰਨਵਾਦ ਜੀ ਜੀ। ਆਖਰੀ ਬੰਦ ਬੋਲ ਕੇ ਤੁਹਾਤੋਂ ਖਿਮਾ ਆਪਣੇ ਦਲਜੀਤ ਸਿੰਘ ਜੀ ਲਿਖਿਆ ਬਈ ਨੋਟਾਂ ਨਸ਼ਿਆਂ ਦੇ ਨਾਲ ਵੋਟਾਂ ਲੈ ਕੇ, ਠੀਕ ਹੈ ਜੀ, ਨੋਟਾਂ ਨਸ਼ਿਆਂ ਦੇ ਨਾਲ ਵੋਟਾਂ ਲੈ ਕੇ ਲੋਕਾਂ ਨੂੰ ਬਲਦੀ ਦੇ ਬੂਥੇ ਡਾਈ ਜਾਂਦੇ ਨੇ। ਕੇਂਦਰ ਦੇ ਸਿਰ ਭਾਂਡਾ ਭੰਨ ਕੇ ਆਪੂ ਦੁੱਧ ਧੋਤੇ ਅਖਵਾਈ ਜਾਂਦੇ ਨੇ। ਜੀ ਜੀ। ਬਈ ਸਮੁੱਚੇ ਸਮਾਜ ਉੱਤੇ ਸੀਨਾ ਜ਼ੋਰੀ ਕਰਕੇ ਵੀ, ਸਮੁੱਚੇ ਸਮਾਜ ਉੱਤੇ ਸੀਨਾ ਜ਼ੋਰੀ ਕਰਕੇ ਵੀ ਮਨੁੱਖੀ ਅਧਿਕਾਰਾਂ ਦੇ ਨਾਅਰੇ ਲਾਈ ਜਾਂਦੇ ਨੇ। ਓਏ ਭਲਾ ਕੌਮ ਦਾ ਭੋਗਲ ਉਹ ਕਰਨਗੇ ਕੀ ਜਿਹੜੇ ਕੁਰਸੀ ਲਈ ਮਰੀ ਮਰਾਈ ਜਾਂਦੇ ਨੇ। ਓਏ ਭਲਾ ਕੌਮ ਦਾ ਭੋਗਲ ਉਹ ਕਰਨਗੇ ਕੀ ਜਿਹੜੇ ਕੁਰਸੀ ਲਈ ਮਰੀ ਮਰਾਈ ਜਾਂਦੇ ਨੇ। ਦਲਜੀਤ ਸਿੰਘ ਜੀ, ਜਿਹੜੇ ਕੁਰਸੀ ਲਈ ਮਰੀ ਮਰਾਈ ਜਾਂਦੇ ਨੇ। ਬਹੁਤ ਧੰਨਵਾਦ ਭੋਗਲ ਸਾਹਿਬ, ਥੈਂਕ ਯੂ ਵੈਰੀ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਉਹ ਭਲਾ ਕਿਵੇਂ ਕਰਨਗੇ ਜਿਹੜੇ ਕੁਰਸੀ ਪਿੱਛੇ ਹੀ ਆਪਣਾ ਆਪ ਜਿਹੜਾ ਹੈ ਉਹ ਖਪਾਈ ਜਾਂਦੇ ਨੇ, ਕਿਉਂਕਿ ਸ਼ੁਰੂ ਦੇ ਵਿੱਚ ਹੀ ਅੱਜ ਇੱਕ ਲੀਡਰ ਜਿਹੜਾ ਪੰਜਾਬ ਦਾ, ਉਹ ਮਹਾਨ ਲੀਡਰ ਜਿਹੜਾ ਹਜੇ ਸ਼ਾਇਦ ਨਵਾਂ ਬਣਨ ਵਾਲਾ ਲੀਡਰ ਸੀ, ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ ਦੇ ਵਿੱਚ ਜਿਹਨੇ ਜੁਆਇਨ ਕੀਤਾ। ਇਹ ਵੀ ਮੈਨੂੰ ਪਤਾ ਲੱਗਿਆ ਕਿ ਪਹਿਲਾਂ ਸ਼ਾਇਦ ਉਹ ਅਕਾਲੀ ਦਲ ਬਾਦਲ ਦੇ ਵਿੱਚ ਸੀ, ਇਹਦੇ ਬਾਰੇ ਮੈਂ ਸ਼ੋਰ ਤਾਂ ਨਹੀਂ, ਪਰ ਉਹ ਲੀਡਰ ਜਿਸ ਨੇ ਆਪਣੀ ਮਾਂ ਨੂੰ ਗਲੀਆਂ ਦੇ ਵਿੱਚ ਰੋਲਣ ਲਈ ਛੱਡਿਆ ਹੋਇਆ, ਜਿਹਦਾ ਇੱਕ ਜਿਹੜਾ ਬੱਚਾ ਉਹ ਜੱਜ ਹੈ, ਇੱਕ ਜਿਹੜਾ IPS ਜਿਹੜੀ ਹੈ ਉਹ ਆਫੀਸਰ ਹੈ ਉਹਦੀ ਪੋਤਰੀ। ਸੋ ਇਸ ਤਰ੍ਹਾਂ ਦੇ ਵੱਡੇ ਅਹੁਦੇ ਤੇ ਆਪਾਂ ਫਿਰ ਰਾਜਨੀਤੀ ਦੇ ਵਿੱਚ ਜਾ ਰਹੇ ਹਾਂ। ਸੋ ਇਹੋ ਜਿਹੇ ਲੀਡਰ ਵੀ ਹੈਗੇ ਆ ਪੰਜਾਬ ਦੇ ਵਿੱਚ, ਆਪਾਂ ਨੂੰ ਪਛਾਣਨੇ ਪੈਣਗੇ ਜਦੋਂ ਵੋਟਾਂ ਆਉਂਦੀਆਂ ਤੇ ਇਹਨਾਂ ਨੂੰ ਪਛਾਣੀਦਾ। ਸੋ ਅਗਲੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਦਵਾਂ ਜੀ, ਉਹ ਹੈ ਇੱਕ ਸ਼ਖਸ। ਲਓ ਜੀ, ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ। ਹੈਲੋ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਕਲ ਜੀ, ਜੀ ਆਇਆਂ ਨੂੰ। ਕੀ ਕਹਿਣਾ ਚਾਹੋਗੇ ਇਹਨਾਂ ਮੁੱਦਿਆਂ ਦੇ ਉੱਤੇ? ਹਾਂਜੀ, ਨਾ ਜਦੋਂ ਵੀ ਆਹ ਸੁਣੀਦਾ ਗੁਰੂ ਗ੍ਰੰਥ ਸਾਹਿਬ ਬਾਰੇ, ਆਪਣਾ ਦਿਲ ਕਮਜ਼ੋਰ ਹੋ ਜਾਂਦਾ ਹੈ ਨਾ, ਲਾਈਕ ਬਹੁਤ ਅਪਸੈਟ ਹੋ ਜਾਈਦਾ। ਆਪਾਂ ਕਹਿੰਦਾ ਸਾਰੇ ਭੁੱਲ ਗਏ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਨੇ। ਹੁਣ ਹਰ ਵਾਰ ਚੜ੍ਹਦੀਆਂ ਕਲਾਂ ਚ ਗੁਰੂ ਨੇ, ਜਿਹੜੇ ਗੁਰੂ ਨੇ ਇਹ। ਤੇ ਜਿਹੜੀਆਂ ਜਥੇਬੰਦੀਆਂ ਨਾ ਦਲਜੀਤ ਜੀ, ਤੇ ਜਥੇਬੰਦੀਆਂ ਨੂੰ ਜੇ ਨਾ ਅਸਲੀ ਦਰਦ ਹੈਗਾ ਕਿਸੇ ਨੂੰ ਬਈ ਕੋਈ ਸਿੱਖੀ ਦੇ ਵਿੱਚ ਕੁਛ ਹੈਗਾ, ਉਹ ਇਕੱਠੀਆਂ ਹੋ ਕੇ ਮੀਟਿੰਗ ਕਰਨ ਸਾਰੇ ਨਾ, ਬਸ ਇੰਨੀ ਕਰਨ ਦੀ ਲੋੜ ਹੈ। ਸਾਰਿਆਂ ਨੇ ਡਰ ਜਾਣਾ, ਸਾਰਿਆਂ ਨੂੰ ਪਤਾ ਲੱਗ ਜਾਣਾ, ਅੱਖਾਂ ਖੁੱਲ ਜਾਣੀਆਂ ਨੇ ਸਾਰਿਆਂ ਦੀਆਂ ਬਈ ਇਹ ਇਕੱਠੇ ਹੋ ਗਏ, ਹੋਰ ਕੋਈ ਨਾ ਗੱਲ ਕਰਨ। ਸਿਰਫ ਇਹਦੇ ਬਾਰੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਹੋ ਰਿਹਾ ਕੀ ਇਸ਼ੂ ਨੇ, ਵੀ ਆਪਾਂ ਕੀ ਕਰੀਏ, ਹੈ ਨਾ। ਆਪਾਂ ਬਈ ਕਿਸੇ ਨੂੰ ਲੜਨਾ ਨੀਗਾ, ਸਿੱਧਾ ਜਾ ਕੇ ਬਈ ਸਾਨੂੰ ਇਨਸਿਸਟ ਕਰੀਏ ਵੀ ਸਾਡਾ ਗੁਰੂ ਹੈ ਨਾ। ਤੇ ਨਾਲੇ ਕਹਿੰਦਾ ਦਲਜੀਤ ਆ ਭੋਗਲ ਤੇ ਗਿੱਲ ਬਹੁਤ ਵਧੀਆ ਕਹਿ ਕੇ, ਗਿੱਲ ਦਾ ਦੁਆਰਾ ਸੁਣਾਂਗੇ ਆਪਾਂ ਫਿਰ ਜਦੋਂ ਦੱਸੂਗਾ ਕਲੀਅਰ। ਤੇ ਭੋਗਲ ਸਾਹਿਬ ਨੇ ਕਹਿੰਦਾ ਬਹੁਤ ਦਰਦ ਲੱਗਣ ਵਾਲੀਆਂ ਗੱਲਾਂ ਕਹਿ ਗਿਆ ਬਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਆਪਣੇ ਵਿਚਾਰ ਦੇ ਸਕਦੇ ਹੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ, ਜਿਹੜੇ ਸ਼ੁਰੂ ਤੋਂ ਲੈ ਕੇ ਇੱਕ ਤੋਂ ਲੈ ਕੇ ਜਿਹੜੇ ਹੁਣ ਤੱਕ ਆਪਾਂ ਸਾਂਝੇ ਕਰ ਲਏ ਨੇ। ਅਗਲੇ ਮੁੱਦੇ ਵੱਲ ਆਪਾਂ ਚੱਲਾਂਗੇ ਜਿੰਨੀ ਦੇਰ ਕਾਲ ਨਹੀਂ ਆਉਂਦੀ ਸਾਨੂੰ। ਮੁੱਦਾ ਹੈ ਜੀ ਅੰਮ੍ਰਿਤਸਰ ਦਾ। ਪਿਛਲੇ ਦਿਨੀ ਕੀ ਹੋਇਆ? ਅੰਮ੍ਰਿਤਸਰ ਗੁਰੂ ਨਗਰੀ ਜਿਹਨੂੰ ਆਪਾਂ ਕਹਿੰਦੇ ਆ, ਜਿੱਥੇ ਸਿੱਖਾਂ ਦਾ ਆਪਾਂ ਕਹਿ ਲਈਏ ਧੁਰਾ ਹੈ, ਸ਼੍ਰੀ ਦਰਬਾਰ ਸਾਹਿਬ, ਵੈਸੇ ਤਾਂ ਨਨਕਾਣਾ ਸਾਹਿਬ ਨੂੰ ਵੀ ਆਪਾਂ ਕਹਿੰਦੇ ਆ। ਸੋ ਇਹ ਸਾਡੇ ਮੇਨ ਪਲੇਸਿਸ ਨੇ ਜਿਹੜੇ ਆਪਾਂ ਕਹਿ ਲਈਏ ਸਾਡੇ ਉਹ ਧੁਰੇ ਨੇ ਸਿੱਖੀ ਦੇ, ਜਿੱਥੋਂ ਆਪਾਂ ਕਹਿ ਲਈਏ ਕਿ ਹਰ ਇੱਕ ਸਿੱਖ ਨਤਮਸਤਕ ਹੋ ਕੇ ਤੇ ਪੂਰੀ ਦੁਨੀਆ ਦੇ ਵਿੱਚ ਵਿਚਰਦਾ, ਜਿਹਦੀ ਦਰਸ਼ਨਾਂ ਦੀ ਤਾਂਘ ਰਹਿੰਦੀ ਹੈ। ਸੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਸ ਸ਼ਖਸ ਦੇ ਬੈਨਰ ਲਾ ਦਿੱਤੇ ਗਏ ਪਿਛਲੇ ਦਿਨੀ, ਜਿਹੜਾ ਸ਼ਖਸ ਪੂਰੀ ਸਿੱਖ ਕੌਮ ਆਪਣਾ ਕਾਤਲ ਮੰਨਦੀ ਹੈ। ਜਿਸ ਸ਼ਖਸ 2-3 ਨਾਮ ਨੇ, ਜਿਹੜਾ ਬੱਚਾ ਵੀ ਜਾਣਦਾ, ਸਿੱਖਾਂ ਦਾ ਕੋਈ ਛੋਟਾ ਜਿਹਾ 5 ਸਾਲ ਦਾ ਬੱਚਾ ਵੀ ਹੋਏਗਾ, ਮੈਂ ਸਿੱਖਾਂ ਦਾ ਹੀ ਨਹੀਂ ਕਹੂੰਗਾ, ਜਿਹੜਾ ਇਨਸਾਫ ਪਸੰਦ ਪਰਿਵਾਰ ਹੋਏ, ਉਹ ਚਾਹੇ ਹਿੰਦੂ ਪਰਿਵਾਰ ਹੈ ਚਾਹੇ ਮੁਸਲਮਾਨ ਪਰਿਵਾਰ ਨੇ,
ਜਿਨ੍ਹਾਂ ਨੂੰ ਪਤਾ ਹੈ ਕਿ ਨਵੰਬਰ 84 ਵਾਪਰਿਆ ਸੀ, ਸਿੱਖਾਂ ਦੇ ਨਾਲ ਦਰਦਨਾਕ ਮੌਤਾਂ ਹੋਈਆਂ, ਕਤਲ ਹੋਏ ਉਸ ਵੇਲੇ, ਤੇ ਉਹ ਜਿਹੜੇ ਦੋਸ਼ੀ ਸੀ ਉਹ ਤਕਰੀਬਨ 2-4 ਜਿਹੜੇ ਆ ਸਾਡੇ ਜ਼ੁਬਾਨਾਂ ਦੇ ਉੱਤੇ ਰੱਟੇ ਹੋਏ ਨੇ। ਇੱਕ ਤਾਂ ਸੱਜਣ ਕੁਮਾਰ ਹੋ ਗਿਆ, ਦੂਸਰਾ ਹੋ ਗਿਆ ਜੀ ਜਗਦੀਸ਼ ਟਾਈਟਲਰ। ਇਹ ਨਾਮ ਕਿਸੇ ਤੋਂ ਵਿਸਰਿਆ ਨਹੀਂ ਹੋਇਆ, ਭੁੱਲਿਆ ਨਹੀਂ ਹੋਇਆ। ਸੋ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਖਸ ਜੋ ਕਿ ਕਹਿੰਦਾ ਕਿ ਮੈਂ ਕਾਂਗਰਸ ਪਾਰਟੀ ਦੇ ਨਾਲ ਹਾਂ, ਹਾਲੇ ਫਿਲਹਾਲ ਕਾਂਗਰਸ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਕਿ ਸਾਡਾ ਬੰਦਾ ਹੀ ਹੈ। ਸ਼ਾਇਦ ਹੋ ਸਕਦਾ ਧੱਕੇ ਦੇ ਨਾਲ ਆਪਣੇ ਪਾਰਟੀ ਦਾ ਨਾਮ ਉਹ ਵਰਤ ਰਿਹਾ ਹੋਵੇ, ਪਰ ਪਿਛਲੇ ਸਮੇਂ ਦੇ ਵਿੱਚ ਇੱਕ ਗੁਰਸਿਮਰਨ ਮੰਡ ਦਾ ਨਾਮ ਦਾ ਸ਼ਖਸ ਹੈ ਲੁਧਿਆਣੇ ਤੋਂ, ਉਹ ਵੀ ਆਪਣੇ ਆਪ ਨੂੰ ਕਾਂਗਰਸ ਦੇ ਨਾਲ ਸੰਬੰਧਿਤ ਹੀ ਦੱਸਦਾ। ਹੋ ਸਕਦਾ ਹੈ ਕਾਂਗਰਸ ਦੇ ਨਾਲ ਹੀ ਹੋਣ ਉਹ। ਸੋ ਉਹਨਾਂ ਵੱਲੋਂ ਵੀ ਰਾਜੀਵ ਗਾਂਧੀ ਦਾ ਬੁੱਤ ਜਿਹੜਾ ਆਪਣੀ ਪੱਗ ਲਾ ਕੇ ਸਾਫ਼ ਕੀਤਾ ਗਿਆ। ਸੋ ਹੁਣ ਇਸੇ ਤਰ੍ਹਾਂ ਦੇ ਕੈਟਾਗਰੀ ਦਾ ਇਹ ਸ਼ਖਸ ਹੈ ਕਰਮ ਗਿੱਲ, ਅੰਮ੍ਰਿਤਸਰ ਦਾ ਰਹਿਣ ਵਾਲਾ। ਇਹਨੇ ਬਾਹਰ ਜਿਹੜੇ ਆ ਵੱਡੇ ਸੜਕਾਂ ਦੇ ਉੱਤੇ ਐਸੇ ਬੈਨਰ ਲਾ ਦਿੱਤੇ ਗਏ ਜਗਦੀਸ਼ ਟਾਈਟਲਰ ਨੂੰ ਉਹਦੇ ਜਨਮ ਦਿਨ ਦੀਆਂ ਮੁਬਾਰਕਾਂ ਦੇਣ ਵਾਸਤੇ, ਵੱਡੇ ਜਿਹੜੇ ਲਾ ਦਿੱਤੇ ਗਏ ਬੈਨਰ। ਸੋ ਇੱਕ ਆਹ ਜਿਹੜੀ ਤਸਵੀਰ ਤੁਸੀਂ ਇਸ ਵੇਲੇ ਦੇਖ ਰਹੇ ਹੋ ਸਾਡੀ ਟੀਮ ਵੱਲੋਂ ਦਿਖਾਈ ਜਾ ਰਹੀ ਹੈ, ਗੁਰਦੁਆਰਾ ਸਾਹਿਬ ਸਿੱਖ ਕੌਮ ਦਾ ਜਾਂ ਕਹ ਲਈਏ ਸਾਡਾ ਧੁਰਾ ਹੁੰਦਾ, ਉਸ ਦੀ ਦੀਵਾਰ ਦੇ ਉੱਤੇ ਯਾਨੀ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਉਸ ਸ਼ਖਸ ਦੀ ਤਸਵੀਰ ਲਾ ਦੇਣੀ ਜਿਹਦੇ ਉੱਤੇ ਇਹ ਇਲਜ਼ਾਮ ਲੱਗਦੇ ਨੇ, ਇਹ ਦੋਸ਼ ਲੱਗਦੇ ਨੇ ਕਿ ਨਵੰਬਰ 84 ਦੇ ਵਿੱਚ ਉਹ ਭੀੜਾਂ ਦੀ ਅਗਵਾਈ ਕਰ ਰਿਹਾ ਸੀ, ਕਾਤਲ ਭੀੜਾਂ ਦੀ। ਸੋ ਸਾਡੇ ਹੀ ਗੁਰਦੁਆਰੇ ਦੇ ਵਿੱਚ ਐਸਾ ਜਿਹੜਾ ਕਰ ਦੇਣਾ। ਫਿਰ ਕਰਮ ਗਿੱਲ ਜੋ ਹੈ ਉਹ ਇਹ ਦਾਅਵਾ ਕਰਦਾ ਕਿ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਜਗਦੀਸ਼ ਟਾਈਟਲਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਵੀ ਕਰਵਾਈ ਹੈ ਤੇ ਅਸੀਂ ਅਖੰਡ ਪਾਠ ਵੀ ਰੱਖਣ ਜਾ ਰਹੇ ਹਾਂ। ਸੋ ਇੱਥੋਂ ਤੱਕ ਦੇ ਦਾਅਵੇ ਕੀਤੇ, ਕਿੰਨਾ ਕੁ ਜਾਇਜ਼ ਹੈ? ਜੇ ਆਪਾਂ ਇਨਸਾਫ ਦੀ ਗੱਲ ਕਰੀਏ, ਸ਼ਾਂਤੀ ਦੀ ਗੱਲ ਕਰੀਏ, ਅਸੀਂ ਇਹ ਵੀ ਕਹਿੰਦੇ ਆ ਕਿ ਪੰਜਾਬ 'ਚ ਸ਼ਾਂਤੀ ਨਾ ਭੰਗ ਹੋਵੇ, ਕੋਈ ਐਸਾ ਜਿਹੜਾ ਹੈ ਉਹ ਕੁਝ ਵੀ ਨਾ ਕੀਤਾ ਜਾਵੇ। ਸੋ ਇਹ ਉਹਨਾਂ ਦੀ ਤਸਵੀਰ ਹੈ ਜੀ। ਉਹ ਮਾਣ ਮਹਿਸੂਸ ਕਰਦੇ ਨੇ, ਕਹਿੰਦੇ ਜਗਦੀਸ਼ ਟਾਈਟਲਰ ਮੇਰੇ ਸਿਆਸੀ ਗੁਰੂ ਨੇ। ਉਹ ਇੱਥੋਂ ਤੱਕ ਲਿਖ ਦਿੰਦੇ ਨੇ ਕਿ ਅਸੀਂ ਸਮੁੱਚੀ ਸਿੱਖ ਕੌਮ ਵੱਲੋਂ ਜਗਦੀਸ਼ ਟਾਈਟਲਰ ਹੋਰਾਂ ਦਾ ਭਲਾ ਮੰਗਦੇ ਹਾਂ। ਮਤਲਬ ਕਿ ਪਤਾ ਨਹੀਂ ਉਹ ਕੌਮ ਕੋਲੋਂ ਕਦੋਂ ਉਹਨਾਂ ਨੇ ਇਹ ਮੈਸੇਜ ਲੈ ਲਿਆ ਕਿ ਆਪਾਂ ਨਾਲ ਆ ਤੁਹਾਡੇ, ਤੁਸੀਂ ਜਗਦੀਸ਼ ਟਾਈਟਲਰ ਦੀ ਚੜ੍ਹਦੀ ਕਲਾ ਵਾਸਤੇ ਜੋ ਮਰਜ਼ੀ ਕਰੋ। ਕੌਮ ਕਹਿ ਰਹੇ ਨੇ ਪੂਰੀ ਕਿ ਸਿੱਖ ਕੌਮ ਸਾਡੇ ਨਾਲ ਹੈ ਤੇ ਆਪਾਂ ਸਾਰੇ ਜਣੇ ਰਲ ਕੇ ਜਿਹੜੇ ਉਹ ਇਹ ਕਰ ਰਹੇ ਨੇ। ਬੇਦਾਗ ਸ਼ਖਸੀਅਤ ਵੀ ਕਿਹਾ ਗਿਆ ਇਹਨਾਂ ਵੱਲੋਂ, ਮਤਲਬ ਕਿ ਜਗਦੀਸ਼ ਟਾਈਟਲਰ ਬੇਦਾਗ ਸ਼ਖਸੀਅਤ। ਬੇਦਾਗ ਉਹ ਹੁੰਦਾ ਜੀ ਜਿਹਦੇ ਉੱਤੇ ਕੋਈ ਦਾਗ ਨਾ ਹੋਵੇ, ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਸਿੱਧੇ ਲਫ਼ਜ਼ਾਂ ਦੇ ਵਿੱਚ। ਪਰ ਜਗਦੀਸ਼ ਟਾਈਟਲਰ ਦੀ ਗੱਲ ਕਰਦੇ ਹਾਂ, ਉਹਦੇ ਉੱਤੇ ਤਾਂ ਚਸ਼ਮਦੀਦ ਗਵਾਹ ਨੇ ਜਿਹੜੇ ਇਹ ਗੱਲਾਂ ਕਹਿੰਦੇ ਆ ਵੀ ਭੀੜਾਂ ਦੀ ਅਗਵਾਈ ਕਰਨ ਵਾਲਾ ਇਹ ਸ਼ਖਸ ਹੈ, ਫਿਰ ਬੇਦਾਗ ਕਿਵੇਂ ਹੋ ਗਿਆ? ਅਸੀਂ ਸਿੱਧੇ ਤੌਰ ਦੇ ਉੱਤੇ ਇਹ ਗੱਲਾਂ ਜਿਹੜੀਆਂ ਪੁੱਛਣੀਆਂ ਚਾਹੁੰਦੇ ਹਾਂ। ਅਗਲੇ ਕਾਲਰ ਜੁੜ ਗਏ ਸਾਡੇ ਨਾਲ ਤੇ ਆਪਾਂ ਗੱਲ ਕਰਦੇ ਹਾਂ, ਵਿਚਾਰ ਲੈਂਦੇ ਹਾਂ। ਹੈਲੋ ਜੀ, ਲਓ ਜੀ, ਕਾਲ ਕੱਟ ਹੋ ਗਈ ਹੈ, ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਟਰਾਈ ਕਰ ਲਿਓ। ਸੋ ਇਹ ਸ਼ਖਸ ਕਰਮ ਗਿੱਲ ਜਿਨ੍ਹਾਂ ਨੇ ਇਹ ਜਿਹੜੀ ਹਰਕਤ ਕੀਤੀ ਹੈ, ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਹਰਕਤ ਦੇ ਵਿੱਚ ਆਈਆਂ, ਉਹਨਾਂ ਵੱਲੋਂ ਇਹ ਤਸਵੀਰ ਜਿਹੜੀ ਹੈ ਉਹ ਉਤਾਰ ਦਿੱਤੀ ਗਈ। 2-3 ਥਾਵਾਂ ਦੇ ਉੱਤੇ ਜਿੱਥੇ ਇਹ ਪੋਸਟਰ ਲੱਗੇ ਸੀ ਉਤਾਰ ਦਿੱਤੇ ਗਏ ਆ। ਤੇ ਅੱਜ 3 ਤੋਂ 4 ਦਿਨ ਹੋ ਗਏ ਆ ਜੀ। ਸਿੱਖ ਜਥੇਬੰਦੀਆਂ ਕਹਿ ਰਹੀਆਂ ਕਿ ਇਸ ਸ਼ਖਸ ਦੇ ਉੱਤੇ ਭਾਵਨਾਵਾਂ ਭੜਕਾਉਣ ਦਾ ਜਿਹੜਾ ਪਰਚਾ ਦਰਜ ਕੀਤਾ ਜਾਵੇ, ਕਿ ਇਸ ਸ਼ਖਸ ਦੀ ਤਸਵੀਰ ਜਿਹੜੇ ਪੰਜਾਬ ਦੇ ਵਿੱਚ ਸਿੱਖਾਂ ਦੀ ਧਰਤੀ, ਗੁਰੂਆਂ ਦੀ ਧਰਤੀ, ਉੱਥੇ ਇਸ ਤਰ੍ਹਾਂ ਦਾ ਸ਼ਾਂਤੀ ਭੰਗ ਕਰਨ ਵਾਲਾ ਜਿਹੜਾ ਕਾਰਜ ਕਰਨਾ, ਸਿੱਖਾਂ ਨੂੰ ਭੜਕਾਉਣਾ ਕਿ ਇਹ ਚੁੱਪ ਕਰਕੇ ਬੈਠੇ ਕਿਉਂ ਨੇ, ਭੜਕਦੇ ਕਿਉਂ ਨਹੀਂ। ਜੇਕਰ ਕੋਈ ਐਸੀ ਵੈਸੀ ਹਰਕਤ ਕਰ ਦੇਵੇ ਫਿਰ ਉੱਥੇ ਗੋਲੀਆਂ ਵੀ ਕਈ ਵਾਰ ਚੱਲ ਜਾਂਦੀਆਂ, ਇਹ ਆਪਾਂ ਜਾਣਦੇ ਹੀ ਹਾਂ ਸਾਰੇ। ਸੋ ਮੈਂ ਸਾਰੇ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਸ਼ਾਂਤੀ ਦੇ ਨਾਲ ਇਹੋ ਜਿਹੀਆਂ ਜਿਹੜੇ ਮਸਲੇ ਨੇ ਉਹਨਾਂ ਨੂੰ ਨਜਿੱਠਣਾ ਚਾਹੀਦਾ, ਕਿਉਂਕਿ ਇਹੋ ਜਿਹੇ ਲੋਕ ਹੁੰਦੇ ਨੇ ਭੜਕਾ ਕੇ ਪਿੱਛੇ ਹੋ ਜਾਂਦੇ ਨੇ। ਐਸੀਆਂ ਕਹਾਵਤਾਂ ਵੀ ਹੈਗੀਆਂ ਪਈ ਤੀਲੀ ਲਾ ਕੇ ਤੇ ਉਹ ਫਿਰ ਕੰਧ ਦੇ ਉੱਤੇ ਕਈ ਵਾਰ ਚੜ੍ਹ ਜਾਂਦੇ ਹੁੰਦੇ ਆ। ਸੋ ਇਹ ਗੱਲਾਂ ਤੋਂ ਵੀ ਆਪਾਂ ਜਿਹੜਾ ਸਾਵਧਾਨ ਰਹਿਣਾ। ਕਾਲਰ ਜੇਕਰ ਜੁੜ ਗਏ ਹੁਣ ਤਾਂ ਦੱਸ ਦਿੱਤਾ ਜਾਵੇ, ਅਦਰਵਾਈਜ਼ ਅਸੀਂ ਕਰਮ ਗਿੱਲ ਹੋਰਾਂ ਦੇ ਜਿਹੜੇ ਬਿਆਨ ਨੇ ਕਿ ਉਹਨਾਂ ਨੇ ਤਸਵੀਰ ਕਿਉਂ ਲਵਾਈ ਹੈ, ਮੀਡੀਆ ਦੇ ਨਾਲ ਗੱਲ ਕੀਤੀ ਹੈ, ਉਹਨਾਂ ਦੀ ਜ਼ੁਬਾਨੀ ਆਪਾਂ ਸੁਣ ਲੈਂਦੇ ਹਾਂ ਵੀ ਆਖਰ ਕਿਉਂ ਲਵਾਈ ਉਹਨਾਂ ਨੇ ਤਸਵੀਰ, ਕੀ ਉਹ ਜਿਹੜਾ ਹੈਗਾ ਦੱਸਦੇ ਨੇ ਇਹਦੇ ਬਾਰੇ। ਆਓ ਸੁਣਦੇ ਹਾਂ ਉਹਨਾਂ ਦੇ ਕੋਲੋਂ। ਦੇਖੋ ਜੀ, ਮਾਣਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਮੇਰੇ ਸਿਆਸੀ ਗੁਰੂ ਨੇ। ਮੈਂ ਬੜੇ ਸਾਲਾਂ ਤੋਂ ਉਹਨਾਂ ਦਾ ਅਸੀਂ ਜਨਮ ਦਿਨ ਮਨਾਉਂਦੇ ਆ ਰਹੇ ਹਾਂ ਤੇ ਮਨਾਵਾਂਗੇ ਵੀ। ਬੇਦਾਗ ਸ਼ਖਸੀਅਤ ਨੇ ਜਿਨ੍ਹਾਂ ਦੀ ਇੱਕ ਅਕਸ ਨੂੰ ਵੇਖਦੇ ਹੋਏ ਸਮੁੱਚੇ ਸਿੱਖ ਪੰਥ ਵੱਲੋਂ, ਪੰਜਾਬ ਤੇ ਪੰਜਾਬੀਅਤ ਵੱਲੋਂ ਅਸੀਂ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹਾਂ। ਕੋਵਿਡ-19 ਦੇ ਮੱਦੇਨਜ਼ਰ ਹੁਣ ਮੈਂ ਦਿੱਲੀ ਨਹੀਂ ਜਾ ਸਕਿਆ, ਉੱਥੇ ਜਾ ਕੇ ਅਸੀਂ ਉਹਨਾਂ ਦਾ ਬਰਥਡੇ ਨਹੀਂ ਸੈਲੀਬ੍ਰੇਟ ਕਰ ਸਕੇ। ਮੇਰੇ ਬੜੇ ਸਤਿਕਾਰਯੋਗ ਸੱਜਣ ਨੇ ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਤੇ ਮਾਣਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਦਾ ਜਨਮ ਦਿਨ ਮਨਾਇਆ, ਕੇਕ ਵੀ ਕੱਟੇ ਨੇ। ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮਾਣਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਦੀ ਚੰਗੀ ਸਿਹਤ, ਲੰਬੀ ਉਮਰ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਵਾਸਤੇ ਅਖੰਡ ਪਾਠ ਸਾਹਿਬ ਵੀ ਆਰੰਭ ਕਰਾਏ। ਮੈਂ ਬੇਨਤੀ ਕਰਦਾ, ਥੋੜੇ ਸਮੇਂ ਪਹਿਲਾਂ ਜਗਤਾਰ ਹਵਾਰਾ ਜਿਹੜਾ ਕਿ ਨਾਮੀ ਅੱਤਵਾਦੀ ਆ, ਲੁਧਿਆਣੇ ਦੇ ਕੁਝ ਕੇਸਾਂ ਦੇ ਵਿੱਚ ਉਹਨੂੰ ਬਰੀ ਕੀਤਾ ਜਾਂਦਾ ਤੇ ਜਿਹੜੇ ਗਰਮ ਖਿਆਲੀ ਹੈਗੇ ਨੇ ਉਹਨਾਂ ਵੱਲੋਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਨੇ, ਵਧਾਈਆਂ ਦਿੱਤੀਆਂ ਗਈਆਂ ਨੇ ਕਿ ਜਗਤਾਰ ਹਵਾਰਾ ਬਰੀ ਹੋ ਗਿਆ, ਜਗਤਾਰ ਹਵਾਰਾ ਬਰੀ ਹੋ ਗਿਆ। ਤੇ ਉਹਨਾਂ ਹੀ ਮਾਣਯੋਗ ਅਦਾਲਤਾਂ ਨੇ ਟਾਈਟਲਰ ਸਾਹਿਬ ਨੂੰ ਕਲੀਨ ਚਿੱਟ ਦੇ ਰੱਖੀ ਹੈ ਜੀ।
ਟਾਈਟਲਰ ਦੇ ਪੋਸਟਰ ਲਾਉਣ ਦੇ ਨਾਲ ਹੀ ਇਹ ਬੱਸ ਨਹੀਂ ਕਰ ਦਿੱਤੀ ਜਾਂਦੀ ਹੈ ਸ਼ਖਸ ਵੱਲੋਂ। ਇਹ ਟੀਵੀ ਚੈਨਲਸ ਵੱਖ-ਵੱਖ ਇਹਨਾਂ ਦੇ ਕੋਲ ਪਹੁੰਚਦੇ ਆ ਕਿ ਭਾਈ ਤੁਸੀਂ ਇਦਾਂ ਕਿਉਂ ਕੀਤਾ, ਤੇ ਇਹਨਾਂ ਵੱਲੋਂ ਇੱਕ ਹੋਰ ਭਾਜੀ ਜਿਹੜੀ ਉਹ ਪਾ ਦਿੱਤੀ ਜਾਂਦੀ ਹੈ। ਕਿਆ ਕੀ ਜਾਂਦਾ ਹੈ ਉਹ ਅਸੀਂ ਦਿਖਾਵਾਂਗੇ ਨਹੀਂ, ਤੁਹਾਨੂੰ ਬੋਲ ਕੇ ਦੱਸ ਦਿੰਦੇ ਆ ਕਿ ਤੁਸੀਂ ਸਾਡੇ ਮਾਣਯੋਗ ਟਾਈਟਲਰ ਸਾਹਿਬ ਦੇ ਜਿਹੜੇ ਪੋਸਟਰ ਲਵਾਏ ਨੇ ਤੇ ਅਸੀਂ ਤੁਹਾਡੇ ਅੱਤਵਾਦੀ ਭਿੰਡਰਾਂ ਵਾਲੇ ਦੇ ਪੋਸਟਰ ਜਿਹੜੇ ਆ ਉਹ ਲਾ ਕੇ ਉਹਦੇ ਉੱਤੇ ਕਾਲ ਖਮਲਾਂਗੇ। ਇਹ ਕਹਿਣ ਦੇ ਵਿੱਚ ਵੀ ਸ਼ਰਮ ਮਹਿਸੂਸ ਹੁੰਦੀ ਹੈ, ਮਾਫ ਕਰਨਾ ਜੇਕਰ ਬੁਰਾ ਲੱਗਿਆ ਹੋਵੇ, ਪਰ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਇਸ ਸ਼ਖਸ ਵੱਲੋਂ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਬਿਆਨਬਾਜ਼ੀ ਅੱਗੋਂ ਕੀਤੀ ਜਾ ਰਹੀ ਹੈ, ਸ਼ਬਦਾਵਲੀ ਬੋਲੀ ਜਾ ਰਹੀ ਹੈ। ਸੋ ਸਿੱਖ ਜਥੇਬੰਦੀਆਂ ਇਸ ਵੇਲੇ ਸ਼ਾਂਤਮਈ ਇਹ ਰੋਸ ਕਰ ਰਹੀਆਂ ਨੇ ਕਿ ਪਰਚਾ ਜਿਹੜਾ ਦਰਜ ਕੀਤਾ ਜਾਵੇ ਇਸ ਸ਼ਖਸ ਦੇ ਉੱਤੇ, ਕਿਉਂਕਿ ਇਸਨੇ ਭਾਵਨਾਵਾਂ ਭੜਕਾਈਆਂ। ਕਿਉਂਕਿ ਬਹੁਤ ਵਾਰ ਆਪਾਂ ਦੇਖਿਆ ਵੀ ਸਿੱਖਾਂ ਦੀ ਜਦੋਂ ਵਾਰੀ ਹੁੰਦੀ ਹੈ ਤਾਂ ਝੱਟ ਪਰਚੇ ਦਰਜ ਹੋ ਜਾਂਦੇ ਆ, ਪਰ ਦੂਸਰੇ ਪਾਸੇ ਸੁਧੀਰ ਸੂਰੀ ਹੋ ਗਿਆ ਜਾਂ ਫਿਰ ਇਹ ਹਰਕਤ ਜਿਹੜੀ ਇਹਨਾਂ ਵੱਲੋਂ ਕੀਤੀ ਗਈ ਹੈ, ਇਹਨਾਂ ਦੇ ਉੱਤੇ ਪਰਚੇ ਨਹੀਂ ਹੁੰਦੇ। ਪਤਾ ਨਹੀਂ ਕੀ ਚੱਕਰ ਕੀ ਹੈ, ਇਹ ਆਪਾਂ ਨੂੰ ਵੀ ਸਮਝਣਾ ਚਾਹੀਦਾ ਵੀ ਕਿਉਂ ਨਹੀਂ ਹੁੰਦੇ। ਸੋ ਖੈਰ ਇਹ ਮਸਲਾ ਜਿਹੜਾ ਹੈ ਆਪ ਜੀ ਦੇ ਸਾਹਮਣੇ ਰੱਖ ਦਿੱਤਾ। ਇਸ ਤੋਂ ਬਾਅਦ ਅਸੀਂ ਅਗਲੇ ਮਸਲੇ ਵੱਲ ਚੱਲਦੇ ਹਾਂ ਤੇ ਆਖਰੀ ਮਸਲਾ ਸਾਡਾ ਅੱਜ ਦਾ ਜਿਹੜੀ ਖਬਰ ਹੋਏਗੀ ਜਰਨੈਲ ਸਿੰਘ ਜੋ ਕਿ ਮੈਨੂੰ ਲੱਗਦਾ ਕਿ ਇੱਕੋ ਇੱਕ ਵੱਡਾ ਚਿਹਰਾ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਗਿਆ ਸੀ, ਇੱਕੋ ਇੱਕ ਵੱਡਾ ਚਿਹਰਾ ਯਾਨੀ ਕਿ ਸਿੱਖ ਚਿਹਰਾ। ਵੈਸੇ ਤਾਂ ਉਹਨਾਂ ਦੇ ਕੋਲ ਹੈਗੇ ਨੇ ਆਪਣੇ ਚਿਹਰੇ, ਆਮ ਆਦਮੀ ਪਾਰਟੀ ਦੇ ਵਿੱਚ ਇੱਕ ਸਿੱਖ ਚਿਹਰਾ ਜਿਹਨੂੰ ਦੁਨੀਆ ਦੇ ਵਿੱਚ ਪਹਿਚਾਣ ਮਿਲੀ ਉਹ ਸੀ ਜਰਨੈਲ ਸਿੰਘ। ਪਿਛਲੇ ਦਿਨੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ। ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਫੇਸਬੁੱਕ ਦੇ ਉੱਤੇ। ਖੈਰ ਉਹ ਪੋਸਟ ਜਿਹੜੀ ਪਾਈ ਗਈ ਆ ਉਹ ਨਹੀਂ ਸੀ ਪੈਣੀ ਚਾਹੀਦੀ। ਹਰ ਇੱਕ ਨੂੰ ਆਪਣਾ ਧਰਮ ਮੁਬਾਰਕ ਹੈ। ਜੋ ਵੀ ਕੋਈ ਕਿਸੇ ਧਰਮ ਨੂੰ ਮੰਨਦਾ ਹੈ ਉਸ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਕਿਸੇ ਦੇ ਧਰਮ ਦੇ ਵਿੱਚ ਕੋਈ ਇੰਟਰਫੇਰੈਂਸ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਜਿਹੜੇ ਲੋਕ ਕਰਦੇ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਕੋਈ ਕਾਰਵਾਈ ਹੋਣੀ ਚਾਹੀਦੀ ਹੈ, ਪਰ ਸਿੱਖਾਂ ਨੂੰ ਜਿਹੜਾ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਪੋਸਟ ਪਾਉਣਾ ਗਲਤ ਸੀ, ਪਰ ਜੇ ਪਾ ਦਿੱਤੀ ਗਈ ਉਸ ਦੇ ਉੱਤੇ ਖੜਨਾ ਵੀ ਚਾਹੀਦਾ ਸੀ। ਖੈਰ ਆਪਾਂ ਇਹਨੂੰ ਗਲਤੀ ਵੀ ਮੰਨ ਲਈਏ ਜਾਂ ਫਿਰ ਉਹਨਾਂ ਦੇ ਜਜ਼ਬਾਤ ਮੰਨ ਲਈਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਐਸੀਆਂ ਪੋਸਟਾਂ ਫੇਸਬੁੱਕ ਦੇ ਉੱਤੇ ਘੁੰਮਦੀਆਂ ਰਹੀਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਦਰਬਾਰ ਸਾਹਿਬ ਹੁਣ ਜਿਹੜਾ ਰਾਮ ਮੰਦਿਰ ਤੋਂ ਬਾਅਦ ਸਾਡਾ ਅਗਲਾ ਨਿਸ਼ਾਨਾ ਦਰਬਾਰ ਸਾਹਿਬ ਹੈ। ਇਹ ਵਿਸ਼ਨੂੰ ਮੰਦਿਰ ਹੁੰਦਾ ਸੀ, ਇੱਥੇ ਮੂਰਤੀਆਂ ਹੁੰਦੀਆਂ ਸੀ। ਆਪਾਂ ਹੌਲੀ ਹੌਲੀ ਹੁਣ ਇਹਦੇ ਉੱਤੇ ਆਓ ਚੜ੍ਹਾਈ ਕਰੀਏ, ਇਹਨੂੰ ਦੁਬਾਰਾ ਮੰਦਿਰ ਬਣਾਈਏ। ਐਸੀਆਂ ਜਦੋਂ ਪੋਸਟਾਂ ਘੁੰਮਣ ਤਾਂ ਉਸ ਤੋਂ ਬਾਅਦ ਜਰਨੈਲ ਸਿੰਘ ਹੋਰਾਂ ਦਾ ਸ਼ਾਇਦ ਇਹ ਰਿਐਕਸ਼ਨ ਆਇਆ। ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਕਿ ਉਹਨਾਂ ਦੇ ਪੁੱਤਰ ਵੱਲੋਂ ਇਹ ਜਿਹੜੀ ਹੈ ਪੋਸਟ ਪਾ ਦਿੱਤੀ ਗਈ, ਗੁੱਸੇ ਦੇ ਵਿੱਚ ਜਾਂ ਉਹ ਬੱਚਾ ਹੈ ਉਹਨੂੰ ਪਤਾ ਨਹੀਂ ਲੱਗਾ। ਉਹਨਾਂ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਗਿਆ। ਖੈਰ ਉਹ ਰਿਐਕਸ਼ਨ ਸੀ। ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਕਹਿ ਲਈਏ ਆਮ ਆਦਮੀ ਪਾਰਟੀ ਜਾਂ ਫਿਰ ਸਾਡੇ ਹਿੰਦੂ ਭਰਾ ਉਹਨਾਂ ਦੇ ਵਿੱਚ ਇੱਕ ਰੋਸ ਪੈਦਾ ਹੋਇਆ। ਦਿੱਲੀ ਦੇ ਵਿੱਚ ਬਹੁ ਗਿਣਤੀ ਆਪਾਂ ਕਹਿ ਲਈਏ, ਤੇ ਆਮ ਆਦਮੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਜਰਨੈਲ ਸਿੰਘ ਹੋਰਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ। ਆਮ ਹੁਣ ਸਿਆਸੀ ਵਿਦਵਾਨ ਜਿਹੜੇ ਕਹਿ ਰਹੇ ਨੇ, ਜਿਹੜੇ ਸਿਆਸੀ ਸਮੀਕਰਨ ਦਾ ਜਿਹੜਾ ਹੈਗਾ ਹਮੇਸ਼ਾ ਆਪਾਂ ਕਹਿ ਲਈਏ ਕਿ ਜਾਇਜ਼ਾ ਲੈਂਦੇ ਰਹਿੰਦੇ ਆ, ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੌਲੀ ਹੌਲੀ ਕਰਕੇ ਸਾਰੇ ਹੀ ਸਿੱਖ ਚਿਹਰੇ ਬਾਹਰ ਕਰ ਦਿੱਤੇ ਗਏ ਨੇ। ਸੁੱਚਾ ਸਿੰਘ ਛੋਟੇਪੁਰ ਹੋ ਗਏ, ਸੁਖਪਾਲ ਸਿੰਘ ਖਹਿਰਾ, ਗੁਰਪ੍ਰੀਤ ਘੁੱਗੀ, ਜਰਨੈਲ ਸਿੰਘ ਸੀ ਜਾਂ ਉਸ ਤੋਂ ਬਾਅਦ ਫੂਲਕਾ ਸਾਹਿਬ ਸੀ। ਇਹ ਸਾਰੇ ਹੀ ਚਿਹਰੇ ਹੌਲੀ ਹੌਲੀ ਜਿਹੜੇ ਆ ਉਹ ਬਾਹਰ ਕਰ ਦਿੱਤੇ ਗਏ ਨੇ। ਭਗਵੰਤ ਮਾਨ ਹੋਰਾਂ ਦਾ ਕਹਿਣਾ ਕਿ ਜਰਨੈਲ ਸਿੰਘ ਹੋਰਾਂ ਨੂੰ ਵਾਪਸ ਲੈਣਾ ਕਦੇ ਵੀ ਇਸ ਤਰ੍ਹਾਂ ਹੋ ਨਹੀਂ ਸਕਦਾ, ਕਿਉਂਕਿ ਸਾਡੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ। ਅਸੀਂ ਕਿਸੇ ਵੀ ਧਰਮ ਦੇ ਮਸਲੇ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਦੇ। ਪਰ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੀ ਕੁਝ ਨੁਮਾਇੰਦਿਆਂ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਈਆਂ ਗਈਆਂ। ਖੁਦ ਭਗਵੰਤ ਮਾਨ ਹੋਰੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕੋਈ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਚਲੇ ਗਏ। ਸੋ ਇਹ ਵੀ ਭਾਵਨਾਵਾਂ ਭੜਕਾਉਣਾ ਸੀ ਅਸਲ ਦੇ ਵਿੱਚ। ਉਸ ਤੋਂ ਬਾਅਦ ਕੁਮਾਰ ਵਿਸ਼ਵਾਸ ਜਿਹੜੇ ਸਿੱਖਾਂ ਦੇ ਉੱਤੇ ਭੱਦੇ ਚੁਟਕਲੇ ਬਣਾਉਂਦੇ ਹੁੰਦੇ ਸੀ, ਉਹ ਵੀ ਇਹਨਾਂ ਦੀ ਪਾਰਟੀ ਦੇ ਵਿੱਚ ਰਹੇ ਨੇ। ਸੋ ਇਹ ਸਾਰਾ ਕੁਝ ਜਦੋਂ ਆ ਜਾਂਦਾ ਫਿਰ ਧਰਮ ਨਿਰਪੱਖਤਾ ਕਿੱਥੇ ਜਾਂਦੀ ਹੈ? ਜਾਂ ਤੇ ਹਰ ਮਸਲੇ ਦੇ ਉੱਤੇ ਖੜਿਆ ਜਾਣਾ ਚਾਹੀਦਾ। ਆਪਣਾ ਕਿਰਦਾਰ ਜੋ ਤੁਸੀਂ ਕਿਹਾ ਉਹ ਠੀਕ ਹੈ, ਪਰ ਧਰਮ ਦੇ ਨਾਲ ਹੀ ਰਾਜਨੀਤੀ ਚੱਲਦੀ ਹੈ। ਇਹ ਚੀਜ਼ ਜਿਹੜੀ ਹੈ ਮੁੱਖ ਰੱਖ ਕੇ ਆਮ ਆਦਮੀ ਪਾਰਟੀ ਨੂੰ ਵੀ ਸਮਝ ਜਾਣੀ ਚਾਹੀਦੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਤੁਸੀਂ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਹ ਮਸਲੇ ਜਿਹੜੇ ਹੈ ਨੇ, ਖਾਸ ਕਰਕੇ ਸਿੱਖਾਂ ਦੇ ਮਸਲੇ, ਇਹਨਾਂ ਨੂੰ ਹੱਲ ਕਰਨਾ ਪਏਗਾ, ਇਹਨਾਂ ਦੇ ਬਾਰੇ ਬੋਲਣਾ ਪਏਗਾ। ਹਾਂ, ਜਦੋਂ ਜਥੇਦਾਰ ਦੇ ਬਿਆਨ ਦੀ ਵਾਰੀ ਆਉਂਦੀ ਹੈ ਉਦੋਂ ਆਮ ਆਦਮੀ ਪਾਰਟੀ ਦੇ ਕੁਝ ਨੁਮਾਇੰਦੇ ਬਹੁਤ ਜ਼ਿਆਦਾ ਬੋਲ ਵੀ ਦਿੰਦੇ ਨੇ, ਮਤਲਬ ਕਿ ਉੱਥੇ ਧਰਮ ਨਿਰਪੱਖਤਾ ਕਿੱਥੇ ਜਾਂਦੀ ਹੈ? ਸਵਾਲ ਬੜੇ ਪੈਦਾ ਹੋ ਜਾਂਦੇ ਆ। ਇਹ ਸਾਰਿਆਂ ਦਾ ਨਿਚੋੜ ਜਿਹੜਾ ਉਹ ਸਾਡੇ ਦਰਸ਼ਕਾਂ ਨੇ, ਜਿਹੜੀ ਆਵਾਮ ਹੈ, ਉਹਨਾਂ ਨੇ ਕੱਢਣਾ ਹੁੰਦਾ। ਸਾਡਾ ਮਤਲਬ ਹੁੰਦਾ ਜੋ ਮਸਲਾ ਹੋਇਆ, ਜੋ ਗੱਲਬਾਤ ਹੋਈ ਹੈ, ਉਹ ਤੁਹਾਡੇ ਸਾਹਮਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਰੱਖ ਦੇਣੀ। ਕਨਕਲੂਜਨ ਉਹਦਾ ਤੁਸੀਂ ਕੱਢਣਾ ਹੁੰਦਾ ਕਿ ਕੀ ਸਹੀ ਹੈ ਕੀ ਗਲਤ ਹੈ। ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਅੱਜ ਮਸਲੇ ਕੁਝ ਜ਼ਿਆਦਾ ਸੀ, ਤੁਹਾਡੀਆਂ ਕਾਲਸ ਜਿਹੜੀਆਂ ਘੱਟ ਲਈਆਂ ਗਈਆਂ। ਖੈਰ ਅਗਲੇ ਮੰਗਲਵਾਰ ਫਿਰ ਤੋਂ 7 ਵਜੇ UK ਟਾਈਮ ਹਾਜ਼ਰ ਹੋਵਾਂਗੇ ਪ੍ਰੋਗਰਾਮ ਪ੍ਰਾਈਮ ਨਿਊਜ਼ ਲੈ ਕੇ, ਤੇ ਤੁਹਾਡੇ ਵਿਚਾਰ ਵੀ ਲਵਾਂਗੇ, ਤੁਹਾਡੀਆਂ ਕਾਲਸ ਵੀ ਲਵਾਂਗੇ, ਨਵੇਂ ਮਸਲੇ ਹੋਣਗੇ। ਚੜ੍ਹਦੀ ਕਲਾ ਦੇ ਵਿੱਚ ਰਹੋ, ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।